ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਤੀਜਾ। ਏ ਮਨ ਹਰਿ ਜੀ ਧਿਆਏ ਤੂੰ, ਇਕ ਮਨ ਇਕ ਚਿਤ ਪਾਏ। ਹਰਿ ਕੀਆਂ ਸਦਾ ਸਦਾ ਵਡਿਆਈਆ, ਦੇ ਨ ਪਛੋਤਾਏ। ਏ ਮਨ ਹਰਿ ਜੀ ਧਿਆਏ ਤੂੰ, ਇਕ ਮਨ ਇਕ ਚਿਤ ਪਾਏ। ਹਰਿ ਕੀਆਂ ਸਦਾ ਸਦਾ ਵਡਿਆਈਆ, ਦੇ ਨ ਪਛੋਤਾਏ। ਹਉ ਹਰਿ ਕੈ ਸਦ ਬਲਿਹਾਰਣਾ, ਜਿਤ ਸੇਵਿਆਏ ਸੁਖ ਪਾਏ। ਨਾਨਕ ਗੁਰਮੁਖ ਮਿਲ ਰਹਾ ਹੈ, ਹਉ ਮੈਂ ਸ਼ਬਦ ਜਲਾਏ। ਮਹੱਲਾ ਤੀਜਾ। ਆਪੇ ਸੇਵਾ ਲਾਇਆਨ, ਆਪੇ ਬਖਸ਼ ਕਰੇ। ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ। ਨਾਨਕ ਨਾਮ ਧਿਆਇਨ, ਤਿਨ ਨਿਜ ਘਰ ਵਾਸ ਹੈ। ਜੁਗ ਜੁਗ ਸੋਭਾ ਹੋਏ। ਪੌੜੀ। ਤੂੰ ਕਰਨ ਕਾਰਨ ਸਮਰੱਥ ਹੈ ਕਰਤੇ, ਮੈਂ ਤੁਝ ਬਿਨ ਅਵਰ ਨ ਕੋਈ। ਤੁਧ ਆਪੇ ਸਿਸਟ ਸਿਰਜੀਆ, ਆਪੇ ਫੁਨ ਗੋਈ। ਸਭ ਇੱਕੋ ਸ਼ਬਦ ਵਰਤਦਾ, ਜੋ ਕਰੇ ਸੋ ਹੋਈ। ਵਡਿਆਈ ਗੁਰਮੁਖ ਦੇ ਪ੍ਰਭ, ਹਰਿ ਪਾਵੈ ਸੋਈ। ਗੁਰਮੁਖ ਨਾਨਕ ਆਰਾਧਿਆ, ਸਭ ਆਖਹੁ ਧੰਨ 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 ਗੁਰ ਸੋਈ। ਸਭ ਇੱਕੋ ਸ਼ਬਦ ਵਰਤਦਾ, ਜੋ ਕਰੇ ਸੋ ਹੋਈ। ਵਡਿਆਈ ਗੁਰਮੁਖ ਦੇ ਪ੍ਰਭ, ਹਰਿ ਪਾਵੈ ਸੋਈ। ਗੁਰਮੁਖ ਨਾਨਕ ਆਰਾਧਿਆ, ਸਭ ਆਖਹੁ ਧੰਨ 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 ਗੁਰ ਸੋਈ। ਸੁਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਵੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ,
ਗੁਰ ਮੂਰਤ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਹੀ ਦਰਬਾਰੀ। ਡੰਡੌਤ ਬੰਦਨ ਅਨਕ ਵਾਰ ਸਰਵ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪਰਸ਼ੋਤਮੰ ਪਰੰਪਰਾ ਵਰਨਾਥ। ਜੁਗਲ ਚਰਨ ਮਮ ਬੰਦਨਾ ਧਰ ਕਰ ਧਰ ਪਰਮਾਥ। ਗੁਰੂ ਨਾਨਕ ਸੁਖ ਸਿੰਧ ਕੋ ਹਾਥ ਜੋਰ ਪ੍ਰਣਾਮ। ਜਿਸ ਕਰਨਾ ਤੇ ਬੜਿਆ ਗੀ ਭਾਵ ਹੈ ਗਤ ਵਿਸ਼ਰਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅਖੰਡ ਪਾਠ ਸਾਹਿਬ ਆਰੰਭ ਹਨ ਔਰ ਮਹਾਂਪੁਰਖਾਂ ਨੇ ਸਾਰੇ ਪ੍ਰੋਗਰਾਮ ਬਾਰੇ ਆਪ ਸੰਗਤਾਂ ਨੂੰ ਚਾਨਣਾ ਪਾ ਕੇ ਦੱਸਿਆ ਹੈ। ਸ਼੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਬੜੇ ਪਿਆਰ ਨਾਲ ਇੱਥੋਂ ਦੇ ਸੇਵਾਦਾਰ ਗਿਆਨੀ ਜੀ ਨੇ ਆਪ ਜੀ ਨੂੰ ਸ਼ਰਵਣ ਕਰਵਾਇਆ ਔਰ ਬੱਚੇ ਬੱਚੀਆਂ ਨੇ ਅੰਮ੍ਰਿਤ ਰੂਪ ਪਾਵਨ ਬਾਣੀ ਦਾ ਗੁਰੂ ਯਸ ਕੀਰਤਨ ਸ਼ਰਵਣ ਕਰਵਾਇਆ ਹੈ। ਤੇ ਮਹਾਂਪੁਰਸ਼ਾਂ ਨੇ ਵੀ ਆਪ ਜੀ ਨੂੰ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਇਤਿਹਾਸ ਵਿੱਚੋਂ ਸਾਖੀ ਸਰਵਣ ਕਰਾਈ ਹੈ। ਇਹ ਸਾਖੀ ਸੁਲਤਾਨਪੁਰ ਦੇ ਨੇੜੇ ਹੀ ਤਲਵੰਡੀ ਚੌਧਰੀਆਂ ਪਿੰਡ ਹੈ। ਉੱਥੇ ਦੇ ਉਹ ਗੁਰਮੁਖ ਪਿਆਰੇ ਸੀ ਜੋ ਰੋਜ਼ਾਨਾ ਸ਼੍ਰੀ ਗੋਇੰਦਵਾਲ ਸਾਹਿਬ ਮਹਾਰਾਜ ਦੇ ਚਰਨਾਂ 'ਚ ਦਹੀਂ ਲੈ ਕੇ ਜਾਂਦੇ ਸੀ। ਉਹ ਚੌਧਰੀ ਜਿਹੜੇ ਉਹਨਾਂ ਨੇ ਉਹਦੀ ਪੌੜੀ ਖੋਲ੍ਹੀ ਸੀ ਕਿ ਗੁਰੂ ਐਡਾ ਸਮਰੱਥ ਆ ਤੇਰੀ ਲੱਤ ਨਹੀਂ ਠੀਕ ਕਰ ਸਕਦਾ। ਉਹਦੇ ਕਾਰਨ ਉਹ ਥੋੜ੍ਹੀ ਦੇਰੀ ਨਾ ਗਏ। ਜਦੋਂ ਗੁਰੂ ਮਹਾਰਾਜ ਨੇ ਪੁੱਛਿਆ, ਕਹਿਣ ਲੱਗੇ ਸਾਡੇ ਉੱਥੇ ਇੱਕ ਪ੍ਰੇਮੀ ਸ਼ਾਹ ਹੁਸੈਨ ਜੀ ਹੈ, ਅੱਜ ਵੀ ਉਹਨਾਂ ਦਾ ਉੱਥੇ ਸਥਾਨ ਬਣਿਆ ਹੋਇਆ, ਇਹ ਲੱਤ ਤਾਂ ਤੇਰੀ ਉਹੀ ਠੀਕ ਕਰ ਦੇਣਗੇ। ਗੁਰੂ ਮਹਾਰਾਜ ਦੇ ਬਚਨਾਂ ਨਾਲ ਜਿਹੜੇ ਆਏ, ਉਹਨਾਂ ਨੇ ਉਹ ਜਿਹੜਾ ਮਗਤੈਰਾ ਜਿਹਾ ਸੀ ਉਹ ਚੱਕ ਕੇ ਉਹਦੇ ਵਗਾ ਕੇ ਮਾਰਿਆ ਵੀ ਠੀਕ ਆਪ ਕਰਦੇ ਆ, ਵਡਿਆਈਆਂ ਸਾਨੂੰ ਦੇਈ ਜਾਂਦੇ ਆ। ਲੱਤ ਠੀਕ ਹੋ ਗਈ। ਚੌਧਰੀਆਂ ਨੇ ਵੀ ਕੌਤਕ ਦੇਖਿਆ, ਉਹਨਾਂ ਨੇ ਫਿਰ ਮਾਫੀ ਮੰਗੀ। ਇਹ ਸਾਖੀ ਮਹਾਂਪੁਰਸ਼ਾਂ ਨੇ ਸਰਵਣ ਕਰਾਈ ਸੀ, ਕਿਉਂਕਿ ਹੁਕਮ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਬਾਣੀ 'ਚੋਂ ਆਇਆ ਸੀ। ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ 72 ਸਾਲ ਦੀ ਉਮਰ 'ਚ ਬੀਬੀ ਅਮਰੋ ਜੀ ਦੇ ਜੋ ਉਹਨਾਂ ਦੇ ਪਰਿਵਾਰ 'ਚ ਵਿਆਹੇ ਹੋਏ ਸੀ,
ਅੰਮ੍ਰਿਤ ਰੂਪ ਬਾਣੀ ਸੁਣ ਕੇ ਪ੍ਰੇਰਨਾ ਹੋਈ। 21 ਵਾਰੀ ਗੰਗਾ ਦੇ ਇਸ਼ਨਾਨ ਯਾਤਰਾ ਕੀਤੀ। ਉੱਥੇ ਜਲ ਵਰਤਣ ਲਈ ਕੱਢ ਰਹੇ ਸੀ ਖੂਹ 'ਚੋਂ, ਅਤੇ ਉਹ ਬ੍ਰਾਹਮਣ ਦੁਰਗਾ ਦੱਤ ਜਲ ਪੀਣ ਦੀ ਇੱਛਾ ਕੀਤੀ। ਪੁੱਛ ਬੈਠਾ ਵੀ ਤੁਸੀਂ ਗੁਰੂ ਧਾਰਿਆ ਕਿ ਨਹੀਂ? ਕਹਿਣ ਲੱਗੇ ਮਾਤਾ ਗੰਗਾ ਮਈਆ ਨੂੰ ਹੀ ਮੰਨਦਾ ਹਾਂ। ਉਹਨੇ ਜਲ ਨਹੀਂ ਛਕਿਆ। ਉਪਰਾਮ ਹੋ ਕੇ ਮਹਾਰਾਜ ਲਿਟ ਗਏ। ਉਹ ਪੰਡਤ ਕੋਈ ਜੋਤਸ਼ੀ ਵੀ ਸੀ। ਜਿਹੜੇ ਗੋਡੇ 'ਤੇ ਚਰਨ ਰੱਖ ਕੇ ਲਿਟੇ ਸੀ, ਚਰਨ ਵਿੱਚ ਪਦਮ ਦੇਖਿਆ। ਕਹਿਣ ਲੱਗਾ ਵੀ ਕਾਰਨ ਕੀ, ਹੁਣ ਤੱਕ ਗੁਰੂ ਨਹੀਂ ਧਾਰਿਆ? ਤੁਹਾਡੀਆਂ ਰੇਖਾਂ ਤਾਂ ਬੜੀਆਂ ਮਹਾਨ ਆ। ਉਹ ਮਨ ਦੇ ਵਿੱਚ ਬੜੀ ਲਾਲਸਾ ਹੋ ਗਈ। ਅਖੀਰ ਭਾਵਨਾ ਨੂੰ ਮਹਾਰਾਜ ਭਾਗ ਲਾਉਂਦੇ ਹੀ ਹੈ। ਬੀਬੀ ਤੋਂ ਜਦੋਂ ਦਹੀਂ ਰਿੜਕਦਿਆਂ ਬਾਣੀ ਸੁਣੀ, ਪੁੱਛਿਆ ਵੀ ਪੁੱਤਰੀ ਇਹ ਬਾਣੀ ਕਿਹਦੀ ਹੈ? ਕਹਿਣ ਲੱਗੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ। ਅਤੇ ਮੇਰੇ ਸਤਿਕਾਰਯੋਗ ਪਿਤਾ ਜੀ ਇਸ ਵੇਲੇ ਉਹਨਾਂ ਦੀ ਗੁਰਤਾ ਗੱਦੀ 'ਤੇ ਬਿਰਾਜਮਾਨ ਆ। ਕਹਿਣ ਲੱਗੇ ਮੈਨੂੰ ਮਹਾਰਾਜ ਦੇ ਚਰਨਾਂ 'ਚ ਲੈ ਚਲੋ। ਉਹਨਾਂ ਦਿਨਾਂ ਚੱਜ ਵਾਲਾ ਰਿਵਾਜ਼ ਨਹੀਂ। ਬੀਬੀਆਂ ਬਿਨਾਂ ਇਜਾਜ਼ਤ 'ਤੇ ਆਪਣੇ ਸਹੁਰੇ ਘਰ ਤੋਂ ਪੇਕੇ ਨਹੀਂ ਸੀ ਜਾਂਦੀਆਂ। ਸਮਾਂ ਇਸ ਤਰ੍ਹਾਂ ਦਾ ਸੀ। ਹੁਣ ਬੇਨਤੀ ਕੀਤੀ ਮਹਾਰਾਜ ਵੀ ਆਗਿਆ ਬਿਨਾਂ ਕਿਵੇਂ? ਕਹਿਣ ਲੱਗੇ ਕਿ ਮੈਂ ਨਾਲ ਚੱਲਦਾ। ਮਹਾਰਾਜ ਫਿਰ ਲੈ ਕੇ ਗਏ। ਬੀਬੀ ਨੇ ਜਾ ਕੇ ਬੇਨਤੀ ਕੀਤੀ ਅਤੇ ਮਹਾਰਾਜ ਨੇ ਵੀ ਪਰਿਵਾਰ ਵਿੱਚੋਂ ਕੁੜਮ ਲੱਗਦੇ ਆ, ਸਰਾਣੇ ਵਾਲੇ ਇੱਥੇ ਬੈਠੋ। ਕਹਿੰਦੇ ਨਹੀਂ ਮਹਾਰਾਜ, ਹੁਣ ਕੁੜਮਾਚਾਰੀ ਦੇ ਭਾਵਨਾ ਨਹੀਂ, ਦਾਸ ਬਣ ਕੇ ਆਇਆ। ਮਹਾਰਾਜ ਕਹਿੰਦੇ ਵੀ ਦਾਸ ਦਾ ਤਾਂ ਕੰਮ ਬੜਾ ਔਖਾ ਹੁੰਦਾ। ਇਹ ਤਾਂ ਫਿਰ ਬਚਨ ਦੀ, ਸ਼ਬਦ ਦੀ ਕਸਵੱਟੀ ਝੱਲਣੀ ਪੈਂਦੀ ਹੈ। ਕਹਿੰਦੇ ਕੁਝ ਵੀ ਹੋਵੇ ਅਤੇ ਹੁਣ ਦੁਨਿਆਵੀ ਰਿਸ਼ਤੇ ਨਾਲ ਨਹੀਂ, ਸੇਵਕ ਬਣ ਕੇ ਸੇਵਾ ਮਿਲ ਗਈ। ਇਸ਼ਨਾਨ ਦੀ ਬਿਆਸ ਤੋਂ ਜਲ ਲਿਆਉਣਾ ਅਤੇ ਖਡੂਰ ਸਾਹਿਬ ਤੋਂ ਪਿਛਲਪੁਰੀ ਚੱਲਣਾ ਕਿ ਮਹਾਰਾਜ ਵੱਲ ਪਿੱਠ ਨਾ ਹੋਏ। ਜਿੱਥੋਂ ਖਡੂਰ ਦੀ ਹੱਦ ਮੁੱਕ ਜਾਏ ਉੱਥੋਂ ਫਿਰ ਚਿਹਰਾ ਬਦਲ ਕੇ ਬਿਆਸ ਦਰਿਆ ਵੱਲ ਜਾਣਾ, ਜਲ ਲਿਆਉਣਾ। ਅਤੇ ਰਸਤੇ 'ਚ ਗੁਰਦੁਆਰਾ ਦਮਦਮਾ ਸਾਹਿਬ ਬਣਿਆ ਆ। ਉੱਥੇ ਉਹ ਕਰੀਰ ਦਾ ਬ੍ਰਿਕਸ਼ ਹਾਲੇ ਵੀ ਹੈ। ਇੱਕ ਲਾਹੀ ਉੱਥੇ ਕਰਦੇ ਸੀ। ਫਿਰ ਮਹਾਰਾਜ ਦਾ ਪੂਰੇ 1 ਵਜੇ ਇਸ਼ਨਾਨ ਕਰਾਉਣਾ। ਇੰਨੇ ਸਮੇਂ 'ਚ ਕੋਈ ਨਾਗਾ ਨਹੀਂ ਪਾਇਆ, ਕੋਈ ਬਹਾਨਾ ਨਹੀਂ। ਅਤੇ ਦੁਨੀਆ ਚੰਗੇ ਕੰਮ ਦੀ ਵੀ ਨਿੰਦਿਆ ਕਰਨ ਵਾਲੇ ਹੁੰਦੇ ਆ। ਲਓ ਜੀ ਇਹ ਕੁੜਮਾਂ ਦੇ ਟੁੱਕ ਵਾਸਤੇ ਬੈਠੇ ਆ। ਬਹੁਤ ਪੁੱਠੀਆਂ ਗੱਲਾਂ ਕਰਦੇ ਸੀ। ਪਰ ਕਹਿੰਦੇ ਲੋਕ ਕਟੰਬ ਸਭ ਹੋਂ ਤੇ ਤੋਰੈ, ਤਾਂ ਆਪਨ ਬੇਢੀ ਆਵੈ ਹੋ। ਇਹ ਲੋਕ ਲਾਜ ਤੋਂ ਫਿਰ ਉੱਪਰ ਉੱਠਣਾ ਪੈਂਦਾ। ਕੋਈ ਪਰਵਾਹ ਨਹੀਂ ਕੀਤੀ। ਇਹ ਸਾਖੀ ਆਮ ਸੁਣਦੇ ਰਹਿੰਦੇ, ਜਿਵੇਂ ਜਲਾਹੀ ਦੀ ਖੱਡੀ ਡੇਗੇ, ਜਲਾਹੀ ਨੇ ਬਚਨ ਕਿਹਾ, ਮਹਾਰਾਜ ਨੇ ਬਚਨ ਰਸਨਾ ਤੋਂ ਕੀਤਾ, ਬਚਨ ਪੂਰਾ ਵੀ ਹੋਇਆ। ਅਤੇ ਮਹਾਰਾਜ ਕੋ ਵੀ ਬਚਨ ਆਇਆ। ਮਹਾਰਾਜ ਨੇ ਫਿਰ ਗੁਰਤਾ ਗੱਦੀ ਬਖਸ਼ ਕੇ ਉਹ ਗੋਂਦੇ ਮਰਵਾਹੇ ਦੀ ਬੇਨਤੀ ਤੋਂ ਬਾਦਰੋਂ ਹੁੰਦਾ ਉਜਾੜਿਆ ਨਗਰ ਗੋਇੰਦਵਾਲ ਵਸਾਇਆ। 84 ਕੱਟਣ ਵਾਸਤੇ ਬੌਲੀ ਸਾਹਿਬ, 84 ਸ੍ਰੀ ਜਪਜੀ ਸਾਹਿਬ ਦੇ ਪਾਠ ਹੁਕਮ ਕੀਤਾ। 84 ਇਸ਼ਨਾਨ, ਪ੍ਰੇਮੇ ਘੋੜੇ ਦਾ ਰਾਜੀ ਕਰਨਾ।
ਔਰ ਫਿਰ ਅਕਬਰਾਦ ਬਾਦਸ਼ਾਹ ਨੇ ਆਉਣਾ, ਪੰਗੇ 'ਚ ਬਹਿ ਕੇ ਭੋਜਨ ਛਕਣਾ, 84 ਪਿੰਡਾਂ ਦਾ ਪਟਾ ਭੇਟ ਕਰਨਾ। ਔਰ ਇਸੇ ਤਰ੍ਹਾਂ ਮਹਾਰਾਜ ਨੇ 22 ਮੰਜੀਆਂ 72 ਪੀੜੇ ਪ੍ਰਚਾਰ ਲਈ ਕਾਇਮ ਕੀਤੇ। ਉਦਣ ਆਉਣ ਵੇਲੇ ਉੱਥੇ ਮੱਥਾ ਟੇਕ ਕੇ ਆਏ ਹਾਂ ਕਿ ਮਹਾਰਾਜ ਇੱਥੇ ਤੁਸੀਂ ਮੰਜੀਆਂ ਦਿੱਤੀਆਂ ਅਤੇ ਕਿਰਪਾ ਕਰੋ, ਆਸ਼ੀਰਵਾਦ ਦਿਓ, ਤੁਹਾਡੀ ਬਖਸ਼ਿਸ਼ ਨਾਲ ਹੀ ਹੈ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਜੇਠਾ ਸ਼੍ਰੀ ਗੁਰੂ ਰਾਮਦਾਸ ਸਾਹਿਬ, ਭਾਈ ਪਾਰੋ ਅਤੇ ਬੀਬੀ ਭਾਨੀ ਪਰਖ ਪਾਸ ਹੋਏ। ਬੀਬੀ ਨੂੰ ਹੁਕਮ ਹੋਇਆ ਬਰਮਾ ਭਾਈ ਪਾਰੋ ਨੂੰ, ਕਹਿਣ ਲੱਗੇ ਸਿੱਖੀ ਦੀ ਦਾਤ, ਕਹਿੰਦੇ ਤੂੰ ਸਾਡਾ ਪਰਮਹੰਸ। ਬੀਬੀ ਨੂੰ ਹੁਕਮ ਹੋਇਆ, ਕਹਿਣ ਲੱਗੇ ਘਰ ਦੀ ਘਰ 'ਚ ਰਹਿ ਜਾ। ਉਹ ਤਾਂ ਹੀ ਜੇ ਉਹਨਾਂ ਦੇ ਪਤੀ ਦੇਵ ਗੱਦੀ 'ਤੇ ਬਹਿੰਦੇ। ਸੋ ਫਿਰ ਗੁਰੂ ਰਾਮਦਾਸ ਜੀ ਮਹਾਰਾਜ ਸੇਵਾ ਕਰਦੇ ਸੀ। ਸੋਢੀ ਆ ਗਿਆ ਲਾਹੌਰ ਤੋਂ, ਤੂੰ ਜਵਾਈ ਹੋ ਕੇ ਪੰਡਾਂ ਢੋਂਦਾ, ਗਾਰੇ ਦੀਆਂ ਕੜਾਹੀਆਂ ਚੁੱਕਦਾ, ਸਾਡੀ ਸੋਢੀਆਂ ਦੀ ਕੁੱਲ ਬੜੀ ਉੱਚੀ ਹੈ, ਸਾਨੂੰ ਨੀਚਾ ਦਿਖਾਇਆ, ਅਸੀਂ ਤੇਰਾ ਭਾਂਡਾ ਛੇਕਿਆ। ਕਹਿੰਦੇ ਮੈਂ ਤਾਂ ਉਦਣ ਹੀ ਛੇਕ ਆਇਆ ਜਦੋਂ ਦਾ ਲਾਹੌਰ ਤੋਂ ਆਇਆ। ਮਹਾਰਾਜ ਕੋਈ ਬਚਨ ਆਇਆ ਅਤੇ ਮਹਾਰਾਜ ਨੇ ਫਿਰ ਸੇਵਕ 'ਤੇ ਤਰਕ ਕੀਤੀ ਹੈ ਅਤੇ ਮਹਾਰਾਜ ਨੇ ਫਿਰ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਗੁਰਤਾ ਗੱਦੀ ਪਾ ਕੇ ਕਿੰਨੀ ਨਿਮਰਤਾ 'ਚ ਬਚਨ ਕੀਤੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਪਰ ਅੱਜ ਦੇਖੋ ਉਹਨਾਂ ਵਾਸਤੇ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ। ਸੋ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਕਿੰਨੀਆਂ ਬਖਸ਼ਿਸ਼ਾਂ ਕੀਤੀਆਂ। ਔਰ ਭੱਟਾਂ ਨੇ ਤਾਂ ਸਾਫ ਹੀ ਵੀ ਕੋਈ ਤਾਰੇ ਗਿਣ ਲੈ, ਗਿਣੇ ਤਾਂ ਜਾਂਦੇ ਨਹੀਂ, ਸ਼ਾਇਦ ਕੋਈ ਕਾਮਯਾਬ ਹੋ ਜਾਏ। ਬਨਸਪਤੀ ਦੇ ਫੁੱਲ ਵਗੈਰਾ, ਸੂਰਜ ਦੀਆਂ ਕਿਰਨਾਂ ਵਗੈਰਾ। ਅਖੀਰੀ ਕਿਹਾ ਕਿ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੇ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਹੁਕਮ ਗਿਆਨੀ ਜੀ ਤੋਂ ਆਪ ਜੀ ਨੇ ਸ਼ਰਵਣ ਕੀਤਾ ਹੈ। ਇਹ ਬੜੀਆਂ ਇਤਿਹਾਸ ਪੁਰਾਣਾ ਪੜ੍ਹੋ, ਨਵਾਂ ਪੜ੍ਹੋ, ਬਚਨ ਆਉਂਦੇ ਆ। ਬਾਬਾ ਹੀਰਾ ਸਿੰਘ ਜੀ ਬਿਹਾਲੇ ਹੋਇਆ, ਉਹਨਾਂ ਨੇ ਮਾਤਾ ਜੀਵਾ ਸ਼ਾਹ ਮੈਲੀ ਸਾਹਿਬ ਹੋਇਆ, ਉਹਨਾਂ ਤੋਂ ਬਖਸ਼ਿਸ਼ ਲਈ। ਕਹਿਣ ਲੱਗੇ ਮਾਤਾ ਜੀ ਫਿਰ ਮਨ ਨਹੀਂ ਟਿਕਦਾ, ਮਨ ਦੇ ਉੱਤੇ ਬੜੇ ਪ੍ਰਭਾਵ ਆਉਂਦੇ ਰਹਿੰਦੇ ਆ। ਮਾਤਾ ਜੀ ਕਹਿਣ ਲੱਗੇ ਵੀ ਤੈਨੂੰ ਆਪ ਸਾਰਾ ਕਰਕੇ ਦਿਖਾਵਾਂਗੇ, ਪ੍ਰੈਕਟੀਕਲ। ਇੱਕ ਤਾਂ ਹੁੰਦਾ ਮੂੰਹ ਜ਼ਬਾਨੀ ਗੱਲ ਕਰਨੀ, ਇੱਕ ਹੁੰਦੀ ਕਰਕੇ ਦਿਖਾਉਣੀ। ਇੱਕ ਝੌਂਪੜੀ ਬੰਨ੍ਹ ਦਿੱਤੀ, ਇੱਕ ਘੜਾ ਪਾਣੀ ਦਾ ਰੱਖ ਜਾਣਾ, ਇੱਕ ਫੁਲਕਾ ਖੁਸ਼ਕ ਅੱਠੀਂ ਪੈਰੀ। ਉਹਨਾਂ ਦੇ ਨਗਰ ਆ ਗਏ, ਬਿਹਾਲਾ ਪਿੰਡ। ਇੱਕ ਫੁਲਕਾ ਜਿੱਥੇ ਕਿਹਾ ਸੀ ਰੱਖ ਜਾਣਾ, ਘੜਾ ਪਾਣੀ ਦਾ। ਅਤੇ 40 ਦਿਨ ਮਾਤਾ ਜੀ ਨੇ ਜਪ ਤਪ ਕੀਤਾ। 40ਵੇਂ ਦਿਨ ਬਾਹਰ ਆਏ। ਦੁਨੀਆ ਨੇ ਤਾਂ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਪਰ ਪ੍ਰੇਮੀ ਆਪਣੇ ਆਨੰਦ ਸਰੂਪ 'ਚ ਹੁੰਦੇ ਆ। ਕਹਿੰਦੇ ਆ ਗਿਣ ਲਾ,
ਉਹਦੇ ਛੱਪਰ ਦੇ ਮੁੱਠੇ ਹੁੰਦੇ ਨਾ, ਜਿਵੇਂ ਇੱਥੇ ਹੈ ਤਾਂ ਇਹ ਇਸੇ ਟਾਈਪ ਜਿਹੀ ਇਹ ਲੱਕੜ ਦੇ ਆ, ਉੱਥੇ ਵੀ ਲੱਕੜ ਦੇ ਪਾਏ ਹੁੰਦੇ ਆ। ਤੋ ਇੱਧਰ ਆ ਕਣਕ ਦੀ ਜਿਹੜੀ ਹੈਗੀ ਹੈ ਉਹਦੇ ਨਾਲ ਛੱਪਰੇ ਬਣੇ ਹੋ, ਕਈ ਥਾਂ ਦੇਖਿਆ। ਉੱਧਰ ਸਰਕੜੇ ਦੇ ਹੁੰਦੇ ਆ, ਉਹ ਮੁੱਠਿਆਂ ਦੇ ਵਿੱਚ ਵੀ ਦੇਖ ਲਓ ਪੂਰੇ 40 ਪ੍ਰਸ਼ਾਦੇ ਸੀ ਸੁੱਕੇ ਹੋਏ। ਜਲ ਦੀ ਚੂਲੀ ਛਕਦੇ ਸੀ ਜਾਂ ਕਿਵੇਂ ਨਹਾਉਣ ਲੱਗਿਆ। ਕਹਿੰਦੇ ਇਉਂ ਕਮਾਈ ਕਰਨੀ ਪੈਣੀ ਹੈ, ਗੱਲਾਂ ਨਾਲ ਨਹੀਂ ਬਣਨੀ ਗੱਲ। ਫਿਰ ਬਾਬਾ ਹੀਰਾ ਸਿੰਘ ਜੀ ਨੇ ਕਮਾਈ ਕੀਤੀ ਤੇ ਮਹਾਰਾਜ ਹਰਖਵਾਲ ਵਾਲੇ ਜੈਨ ਜਾਂਦੇ ਹੁੰਦੇ ਸੀ ਧੰਨ ਧੰਨ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਦੇ ਚਰਨਾਂ 'ਚ, ਕਿਉਂਕਿ ਉਹ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲਿਆਂ ਦੇ ਚਰਨ ਸੇਵਕ ਸੀ। ਆਪਣੇ ਮੁਰਸ਼ਦ ਬਾਬਾ ਆਇਆ ਸਿੰਘ ਜੀ ਦੇ ਗੁਰਭਾਈ ਹੋਣ ਦੇ ਨਾਤੇ ਇਸ ਤਰ੍ਹਾਂ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲੇ ਉਹਨਾਂ ਕੋਲ ਵੀ ਜਾਂਦੇ ਸੀ। ਉੱਥੋਂ ਲੰਘੇ ਤੇ ਉਹਨਾਂ ਨੂੰ 4 ਚੁਫੇਰੇ ਸ਼ਬਦ ਦੀ ਧੁਨ ਸੁਣਾਈ ਦਿੱਤੀ। ਹੁਣ ਇਹ ਗੱਲਾਂ ਉਹਨਾਂ ਨੂੰ ਸਮਝ ਆਉਂਦੀਆਂ ਜਿਹੜੇ ਇਸ ਪਾਸੇ ਤੁਰੇ ਆ। ਸੰਤਾਂ ਨੇ ਕਿਹਾ ਵੀ ਉੱਥੇ ਇੱਕ ਕੋਈ ਜ਼ਿਮੀਂਦਾਰ ਹਲ ਵਾਹ ਰਿਹਾ ਸੀ, ਵੀ ਸ਼ਾਇਦ ਇਹ ਕੋਈ ਜੱਫੀ ਤਪੀ ਬੰਦਾ। ਜਿਹੜੇ ਉੱਥੇ ਗਏ, ਉੱਥੇ ਤਾਂ ਉਹ ਗੱਲ ਨਜ਼ਰ ਨਾ ਆਈ। ਪੁੱਛਿਆ ਵੀ ਇੱਥੇ ਕੋਈ ਮਹਾਂਪੁਰਖ ਨੂੰ ਦੱਸਿਆ ਵੀ ਇੱਥੇ ਸੰਤ ਬਾਬਾ ਹੀਰਾ ਸਿੰਘ ਜੀ ਹੈ। ਫਿਰ ਉਹਨਾਂ ਦੇ ਦਰਸ਼ਨ ਦੀਦਾਰ ਕੀਤੇ, ਗਮ ਪ੍ਰੇਮ ਪੈ ਗਿਆ। ਉਹਨਾਂ ਨੇ ਇਸ ਤਰ੍ਹਾਂ ਕਮਾਈ ਕੀਤੀ। ਮਹਾਂਪੁਰਖਾਂ ਨੇ ਇਸ ਤਰ੍ਹਾਂ ਸਾਧ ਸੰਗਤ ਜੀ ਫਿਰ ਸੰਤਾਂ ਦਾ ਮਾਤਾ ਜੀ ਕੋ ਵੀ ਜਾਂਦੇ ਸੀ ਤੇ ਹੁਕਮ ਸੀ ਵੀ ਤੁਸੀਂ ਬਾਹਰ ਕਿਤੇ ਜਾਣਾ ਨਹੀਂ, ਜਿਹਨੂੰ ਲੋੜ ਹੈ ਇੱਥੇ ਆਉਣਗੇ। ਮਾਤਾ ਜੀਵਾ ਸ਼ਾਹ 8 ਪਹਿਰਾਂ 'ਚ 12 ਵਜੇ ਇੱਕ ਵਾਰੀ ਉਹ ਬਾਹਰ ਦਰਸ਼ਨ ਦਿੰਦੇ ਸੀ ਸੰਗਤ ਨੂੰ, ਨੇ ਅੰਦਰ ਹੀ ਭਜਨ ਬਾਣੀ 'ਚ ਰਹਿੰਦੇ ਸੀ। ਕੋਈ ਮਨਿਸਟਰ ਆ ਜਾਏ, ਕੋਈ ਆ ਜਾਏ, ਉਹਨਾਂ ਦਾ ਨਿਯਮ ਇਹ ਪੱਕਾ ਸੀ, 12 ਵਜੇ ਹੁੰਦੇ 1 ਘੰਟਾ, ਹੋਰ ਕੋਈ ਸਮਾਂ ਨਹੀਂ। ਦਾਸ ਨੇ 3 ਵਾਰੀ ਉਹਨਾਂ ਦੇ ਦਰਸ਼ਨ ਕੀਤੇ ਆ। ਸੰਤ ਬਾਬਾ ਮਹਿੰਦਰ ਸਿੰਘ ਜੀ ਹਰਖਵਾਲ ਵਾਲੇ, ਬਾਬਾ ਮਾਨ ਸਿੰਘ ਜੀ ਨੰਗਲ ਵਾਲੇ, ਉਹਨਾਂ ਦੇ ਸਤਿਕਾਰਯੋਗ ਮਾਤਾ ਧਰਮ ਕੌਰ ਜੀ ਗੱਡਿਆਂ 'ਤੇ ਗਏ ਸੀ, ਬੈਲ ਗੱਡਿਆਂ 'ਤੇ, ਕਿਉਂ ਪਹਾੜ 'ਚ ਹਨ। ਅਤੇ ਹੁਣ ਤਾਂ ਸਾਧਨ ਬਹੁਤ ਹੋ ਗਏ, ਸੜਕਾਂ ਹੋ ਗਈਆਂ, ਬਹੁਤ ਪੁਰਾਣੀ ਗੱਲ ਹੈ। ਘੱਟੋ ਘੱਟ ਇਹ 50-60 ਸਾਲ ਦੀ ਗੱਲ ਹੈ। ਉਹ ਸਾਧ ਸੰਗਤ ਜੀ ਉਦੋਂ ਦਰਸ਼ਨ ਕੀਤੇ। ਦਰਸ਼ਨ ਕਰਕੇ ਉਹਨਾਂ ਦੇ ਸਮਾਧੀ ਲੱਗ ਜਾਂਦੀ ਸੀ, ਇੰਨੀ ਕਮਾਈ ਸੀ। ਤੇ ਮਹਾਰਾਜ ਹੁਣੀ ਜਾਂਦੇ ਸੀ ਤੇ ਮਹਾਰਾਜ ਨੂੰ ਉਹ ਭੇਜਾਣੀ, ਜਿਵੇਂ ਕ੍ਰਿਸ਼ਨ ਮਹਾਰਾਜ ਨੰਦ ਲਾਲ ਕਹਿ ਕੇ ਬੁਲਾਉਂਦੇ ਸੀ। ਤੇ ਇੱਕ ਵਾਰੀ ਹਰਖਵਾਲ ਡੇਰੇ ਸੰਤ ਬਾਬਾ ਬਹਾਲ ਸਿੰਘ ਜੀ ਫਿਰ ਮਾਤਾ ਦੇ ਦਰਸ਼ਨ ਕਰਿਆ ਜੀ। ਇੰਨੇ ਅੰਤਰਜਾਮੀ ਉੱਥੋਂ ਹੀ ਸੇਵਾਦਾਰ ਭੇਜਤਾ ਵੀ ਜਿਹੜੀਆਂ ਤੁਹਾਡੀਆਂ ਮਹਾਂਪੁਰਖਾਂ ਨੇ ਸੇਵਾਵਾਂ ਲਈਆਂ ਉਹ ਕਰੋ, ਇਹੀ ਸਾਡਾ ਦਰਸ਼ਨ ਹੈ, ਉਹ ਸੇਵਾ ਕਰੋ, ਇੱਥੇ ਨਹੀਂ ਆਉਣਾ। ਔਰ ਫਿਰ ਸੰਤ ਹਰਖਵਾਲ ਵਾਲੇ ਆਖਰੀ ਜਿਹੜਾ ਸਮਾਂ ਡਮੇਲੀ ਆਏ,
ਮਕੇਰੀਏ, ਮਨੀ ਮਾਜਰੇ, ਡਮੇਲੇ ਆ ਗਏ। ਛੇਵੇਂ ਪਾਤਸ਼ਾਹ ਨੇ ਉੱਥੇ ਚਰਨ ਪਾਏ ਆ। ਹੁਣ ਅੱਜ ਕੱਲ੍ਹ ਕਹਿੰਦੇ ਆ ਵੀ ਕੋਈ ਸੰਤ ਨਹੀਂ ਹੈ। ਉੱਥੇ ਕੋਈ ਸੰਤ ਆਇਆ ਤੇ ਬੇਲਣਾ ਚੱਲ ਰਿਹਾ ਸੀ, ਰੁੱਤ ਦਾ ਮੇਵਾ ਹੁੰਦਾ। ਕਹਿਣ ਲੱਗੇ ਭਗਤਾ ਵੇ ਰਸ ਪੀਣੀ ਹੈ। ਕਈ ਬੰਦਿਆਂ ਦੀ ਜ਼ੁਬਾਨ ਉਹੋ ਜਿਹੀ ਹੁੰਦੀ ਹੈ। ਕਹਿਣ ਲੱਗਾ ਤੇਰੇ ਸਾਧਾ ਸਵੇਰੇ ਅੱਗ ਲੱਗੀ ਹੋ, ਤੂੰ ਕਮਾਦ ਨੂੰ ਪਾਣੀ ਲਾਉਂਦਾ ਰਿਹਾ। ਕਹਿੰਦੇ ਮੇਰੇ ਅੱਗ ਕਾਹਨੂੰ ਲੱਗੇ, ਤੁਹਾਡੇ ਹੀ ਲੱਗ ਜਾਏ। ਉਹ ਅੱਗ ਲੱਗ ਕੇ ਪਿੰਡ ਭਸਣਾ ਭੂਸ ਹੋ ਜਾਣਾ। ਉਦੋਂ ਆਮ ਛੁਪਰੇ ਹੁੰਦੇ ਸੀ, ਬਹੁਤ ਔਖੇ ਹੋ ਗਏ। ਫਿਰ ਗਲਤੀ ਇੱਕ ਨੇ ਕੀਤੀ ਤੇ ਪਿੰਡ ਸਾਰਾ ਖਮਿਆਨਾ ਭੋਗਣ ਡਿਆ। ਉਦੋਂ ਸਖੀ ਸੁਲਤਾਨ ਲਾਲਾਂ ਵਾਲੇ ਦਾ ਜ਼ੋਰ ਬਹੁਤ ਸੀ ਤੇ ਮਹਾਰਾਜ ਕਰਤਾਰਪੁਰ ਦਾ ਜੰਗ ਜਿੱਤਣ ਤੋਂ ਬਾਅਦ ਸ੍ਰੀ ਕੀਰਤਪੁਰ ਜਾ ਰਹੇ ਭਲਾਹੀ ਨਗਰ ਆਏ। ਉੱਥੇ ਪਿੰਡ ਵਾਲੇ ਲੋਕ ਸਿਆਣੇ ਇਕੱਠੇ ਹੋ ਕੇ ਗਏ। ਫਿਰ ਸਾਰਾ ਪਿੰਡ ਤਾਂ ਨਹੀਂ ਨਿੰਦਿਆ ਜਾਂਦਾ, ਸਾਰੀ ਜਾਤ ਨਹੀਂ ਕੋਈ ਨਿੰਦੀ ਜਾਂਦੀ, ਚੰਗੇ ਬੰਦੇ ਹੁੰਦੇ ਆ। ਵਿਚਾਰ ਕੀਤੀ, ਗੱਲ ਕੀ, ਵਿਆਹ ਗੱਲ ਹੋਈ, ਬੇਨਤੀ ਕੀਤੀ। ਮਹਾਰਾਜ ਕਹਿਣ ਲੱਗੇ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਦੀ ਸਿੱਖੀ ਧਾਰੋ, ਇਹ ਮੜੀਆਂ ਕਬਰਾਂ ਦੀ ਪੂਜਾ ਬੰਦ ਕਰੋ, ਫੇਰ ਚੱਲਾਂਗੇ। ਭਜਨ ਦਿੱਤਾ। ਮਰਦਾ ਕਹਿੰਦੇ ਕੀ ਨਹੀਂ ਕਰਦਾ। ਫਿਰ ਮਹਾਰਾਜ ਆਏ, ਆਪਣੇ ਦਸਤਾਵਰ ਹਸਤ ਕਮਲਾਂ ਨਾਲ ਟਾਹਲੀ ਦੀ ਲੱਕੜ ਦਾ ਥੰਮ ਕਢਾ ਕੇ ਉੱਥੇ ਸੁਭਾਇਮਾਨ ਕੀਤਾ। ਪੈਦੇ ਦੁਆਲੇ ਪਿੰਡ ਬਣਾ ਲਓ। ਫਿਰ ਸੰਤ ਦਾ ਬਚਨ ਹੋਇਆ, ਅੱਗ ਲੱਗੂਗੀ ਜ਼ਰੂਰ ਪਰ ਵਿਚਾਰ ਹੋਊਗਾ। ਬਾਬਾ ਜੀ ਉੱਥੇ ਰਹੇ ਆ, ਪੁੱਛ ਲਓ ਇਹਨਾਂ ਨੂੰ। ਉਹ ਕੌਤਕ ਹਾਲੇ ਵੀ ਹੁੰਦਾ ਆ। ਸਾਲ 'ਚ ਇੱਕ ਵਾਰੀ ਨਾ ਵਿਧੀ ਬਣ ਜਾਂਦੀ ਕੋਈ ਨਾ ਕੋਈ। ਮਹਾਰਾਜ ਕਹਿੰਦੇ ਵੀ ਅੱਗ ਤਾਂ ਲੱਗੂਗੀ, ਸੰਤ ਦਾ ਬਚਨ ਨਹੀਂ ਮੋੜਨਾ, ਵਿਚਾਰ ਹੋਊਗਾ। ਦੂਜਾ ਕਹਿੰਦੇ ਮਹਾਰਾਜ ਵੀ ਧਰਤੀ ਕਲਰੀ ਹੈ, ਵੀ ਸੱਪ ਲੜ ਕੇ ਬੜੇ ਮਰਦੇ ਆ। ਉਹ ਵੀ ਕਿਹਾ ਵੀ ਹੁਣ ਨਹੀਂ ਹੋਊਗਾ। ਤੇ ਹੁਣ ਅੱਜ ਕੱਲ੍ਹ ਕਈਆਂ ਨੇ ਤਾਂ ਬਿਲਕੁਲ ਹੀ ਕਾਟਾ ਹੀ ਮਾਰਤਾ ਨਾ। ਪਰ ਜਿਹੜੇ ਪੜ੍ਹੀਏ ਸੁਣੀਏ ਤੇ ਪਤਾ ਲੱਗਦਾ ਤੇ ਹੈਗਾ। ਇੱਥੇ ਫਿਰ ਸੰਤ ਬਾਬਾ ਕਪੂਰ ਸਿੰਘ ਜੀ ਹੋਏ ਆ। ਉਹਨਾਂ ਦੀ ਵੀ ਕੁਟੀਆ ਉੱਥੇ ਹੈ। ਹੁਣ ਤਾਂ ਬਹੁਤ ਸੋਹਣਾ ਸਥਾਨ ਬਣਿਆ। ਫਿਰ ਬਾਬਾ ਦਲੀਪ ਸਿੰਘ ਜੀ, ਉਹਨਾਂ ਨੇ ਭੋਰਾ ਬਣਿਆ, ਬੜੀ ਬੰਦਗੀ ਕੀਤੀ। ਹੁਣ ਭੋਰਿਆਂ ਦੇ ਵੀ ਬੜਾ ਪ੍ਰਚਾਰ ਚੱਲਦਾ। ਗੁਰੂ ਸਾਹਿਬਾਂ ਦੇ ਵੀ ਹੈਗੇ ਆ, ਨੌਵੇਂ ਪਾਤਸ਼ਾਹ ਦੇ। ਤੇ ਸੁਲਤਾਨਪੁਰ ਗੁਰੂ ਨਾਨਕ ਸਾਹਿਬ ਦੇ ਸਥਾਨ 'ਤੇ ਵੀ ਹੈਗਾ। ਉੱਥੇ ਫਿਰ ਮਹਾਂਪੁਰਖਾਂ ਨੇ ਲੰਗਰ ਦਾ ਛੇਤਰ ਲਾਇਆ ਤੇ ਦਵਾਈ ਬੂਟੀ ਦਾ ਵੀ ਛੇਤਰ ਲਾਇਆ। ਜਿਹਨਾਂ ਨੂੰ ਕੋਈ ਕਸਰ ਮਸਰ ਹੁੰਦੀ ਸੀ ਉਹ ਵੀ ਠੀਕ ਕਰਦੇ ਹੁੰਦੇ ਸੀ। ਤੇ ਮਹਾਰਾਜ ਹਰਖਵਾਲ ਵਾਲੇ ਜਦੋਂ ਕੋਈ ਬਿਮਾਰ ਹੋਣਾ ਜਾਂ ਕੋਈ ਕਸਰ ਮਸਰ, ਉਹਨੇ ਡਮੇਲੀ ਭੇਜ ਦੇਣਾ। ਭਾਵੇਂ ਵਿਧੀ ਆਪ ਹੀ ਬਣਾਉਣ, ਆਪਣੇ ਤੇ ਲੈਣੀ ਨਹੀਂ। ਉੱਥੇ ਫਿਰ ਸੰਗਤ ਆਉਂਦੀ ਸੀ, ਦੁਖੀ ਲੋਕ। ਫਿਰ ਗਾਂ ਕਥਾ ਗਿਆਨੀ ਜੋਤ ਸਿੰਘ ਜੀ ਨੇ ਕੀਤੀ। ਸੰਤ ਹਰਵੰਸ ਨੂੰ ਉਹਨਾਂ ਨੇ ਕਥਾ ਪੜ੍ਹਾਈ। ਫਿਰ ਗਿਆਨੀ ਜੋਤ ਸੁਣਨ। ਕੀਰਤਨ ਦਾ ਵੀ ਫਿਰ ਸੰਤ ਸਰਵਣ ਸਿੰਘ ਇਹ ਪ੍ਰਵਾਹ ਚਲਾਇਆ। ਇਹ ਬਾਬਾ ਜੀ ਸਾਰੇ ਸੰਤ ਸਰਵਣ ਸੁਣਨ ਦੇ ਵਿਦਿਆਰਥੀ ਹੈ। ਭਾਈ ਸੱਜਣ ਸਿੰਘ, ਗੁਰਮੇਲ ਸਿੰਘ ਗੁਜ਼ਰ ਗਿਆ। ਇਸ ਤਰ੍ਹਾਂ ਬਾਬਾ ਜੋਗਿੰਦਰ ਸਿੰਘ, ਸਾਰੇ ਹੋਰ ਵੀ ਬੇਅੰਤ ਕਿਰਪਾ ਹੋਈ। ਸੋ ਫਿਰ ਅੰਤ ਸਮੇਂ ਸੰਤ ਹਰਖਵਾਲੀਏ ਇੱਥੇ ਆ ਗਏ। ਤੇ ਮੈਂ ਉਸ ਦਿਨ ਉੱਥੇ ਗਿਆ ਸੀ।
ਤੇ ਬਾਬੇ ਮਸਤਾਂ ਦੇ ਕੋਲ ਆ ਗਏ। ਫਿਰ ਸਾਨੂੰ ਕੀ ਹੁਕਮ ਹੈ? ਕਹਿਣ ਲੱਗੇ ਵੀ ਇੱਥੋਂ ਨਹੀਂ ਜਾਣਾ। 35 ਦਿਨ ਫਿਰ ਉੱਥੇ ਰਹੇ। ਕੱਤਕ ਦਾ ਮਹੀਨਾ ਸੀ ਤੇ ਹੁਣ ਦੇਖ ਲਓ ਠੰਡ ਹੁੰਦੀ ਆ। 2.5 ਕਿਲੋ ਗੋਕਾ ਘਿਓ ਉਹਨਾਂ ਦੇ ਸਰੀਰ 'ਚ ਰੋਜ਼ਾਨਾ ਜਜ਼ਬ ਹੁੰਦਾ ਸੀ। ਐਂ ਪੇੜਾ ਲਾਈ ਜਾਣਾ ਨਾਲੇ ਨਾਲ। ਔਰ ਸੰਗਤ ਵੀ ਫਿਰ ਮਹਾਂਪੁਰਖ ਜਿਹੜੇ ਹੁੰਦੇ ਆ, ਜਿਵੇਂ ਫੁੱਲ ਖਿੜਿਆ ਹੋਵੇ ਭੌਰੇ ਆਪਣੇ ਆਪ ਆਉਂਦੇ ਨਾ ਸੁਗੰਧੀ, ਜਿਹੜੇ ਕਮਾਈ ਵਾਲੇ ਆ, ਉਹਨਾਂ ਨੂੰ ਇਸ਼ਤਿਹਾਰ ਅਖਬਾਰ ਜਾਂ ਟੈਲੀਵਿਜ਼ਨ ਨਹੀਂ, ਉਹਨਾਂ ਦੀ ਬੰਦਗੀ ਦਾ ਹੀ ਪ੍ਰਤਾਪ ਐਸਾ ਹੁੰਦਾ। ਰਾਹ ਭਰੇ ਟੁੱਟੇ ਆਉਂਦੇ, ਬਾਬਾ ਜੀ ਤਾਂ ਦੇਖਦੇ ਰਹੇ ਸਾਰਾ। ਤੇ ਮਹਾਰਾਜ ਕਹਿੰਦੇ ਗਿਆਨੀ ਜੀ ਵੀ ਸੰਗਤ ਬੜੀ ਆਉਂਦੀ, ਖਰਚਾ ਬੜਾ ਵੱਧ ਗਿਆ ਤੁਹਾਡਾ ਸਾਡੇ ਆਉਣ ਨਾਲ। ਗਿਆਨੀ ਜੀ ਕਹਿੰਦੇ ਮਹਾਰਾਜ ਤੁਹਾਡੇ ਆਉਣ ਨਾਲ ਮਾਇਆ ਵੀ ਬਥੇਰੀ ਆ ਜਾਂਦੀ ਆ, ਮਾਇਆ ਵੀ ਬਹੁਤ ਆਉਂਦੀ ਆ, ਕੋਈ ਗੱਲ ਨਹੀਂ। ਇੱਥੇ ਫਿਰ 13 ਨਵੰਬਰ 28 ਕੱਤਕ ਦਿਨ ਬੁੱਧਵਾਰ, ਜਦੋਂ 15 ਦਿਨ ਪਹਿਲਾਂ ਬੁੱਧਵਾਰ ਸੀ, ਆਮ ਲੋਕਾਂ 'ਚ ਬੜਾ ਪ੍ਰਚਾਰ ਹੋਇਆ ਪਈ ਸੰਤਾਂ ਨੇ ਸੱਚਖੰਡ ਚੱਲ ਜਾਣਾ। ਬੜੀ ਦੁਨੀਆ, ਸਕੂਲਾਂ ਦੇ ਵਿਦਿਆਰਥੀ, ਟੀਚਰ ਸਭ ਆਏ। ਉਹ ਸਾਡੇ ਪਿਤਾ ਜੀ ਵੀ ਗਏ ਹੋਏ ਸੀ। ਕਹਿਣ ਲੱਗੇ ਤੂੰ ਇਸ ਇਲਾਕੇ ਦਾ ਵੀ ਅਜੇ ਇੰਨੀ ਦੁਨੀਆ ਕਿਉਂ ਆਉਂਦੀ ਹੈ? ਉਹਨਾਂ ਦਾ ਉਹ ਗਲ ਭਰ ਗਿਆ, ਅੱਖਾਂ 'ਚ ਅਥਰੂ ਆ ਗਿਆ। ਕਹਿੰਦੇ ਕੀ ਗੱਲ? ਕਹਿੰਦੇ ਮਹਾਰਾਜ ਫਿਰ ਦੱਸਿਆ ਨਹੀਂ ਜਾਂਦਾ। ਕਹਿੰਦੇ ਨਹੀਂ ਦੱਸ। ਕਹਿੰਦੇ ਮਹਾਰਾਜ ਜੋ ਲੋਕ ਗੱਲਾਂ ਕਹਿੰਦੇ ਉਹ ਮੇਰੇ ਤੋਂ ਕਹਿ ਨਹੀਂ ਹੁੰਦੀਆਂ। ਕਹਿੰਦੇ ਦੱਸ ਤਾਂ ਸਹੀ। ਕਹਿੰਦੇ ਦੁਨੀਆ 'ਚ ਮਹਾਰਾਜ ਇਹ ਗੱਲ ਹੈ ਵੀ ਸੰਤਾਂ ਨੇ ਅੱਜ ਸੱਚਖੰਡ ਚੱਲ ਜਾਣਾ। ਮਹਾਰਾਜ ਹੱਸ ਪਿਆ। ਕਹਿੰਦੇ ਦੁਨੀਆ ਵੀ ਦੂਆ ਰੱਬ ਆ। ਇਹਨਾਂ ਨੂੰ ਕਿਵੇਂ ਪਹਿਲਾਂ ਹੀ ਪਤਾ ਲੱਗ ਗਿਆ? ਕਿਉਂ ਬਹੁਤਾਂ ਦੀ ਆਵਾਜ਼ 'ਚ ਰੱਬ ਹੁੰਦਾ ਨਾ। ਉਹ ਫਿਰ ਉਹਨਾਂ ਨੇ ਕਿਹਾ ਵੀ ਹੁਣ ਥੋੜ੍ਹਾ ਜਿਹਾ ਪਾਸਾ ਬਦਲੀਏ, ਇਸ ਤਰ੍ਹਾਂ ਤਾਂ ਫਿਰ ਪਬਲਿਕ ਬਹੁਤ ਸ਼ੁਰੂ ਹੋ ਜਾਏਗੀ। ਸੰਤ ਗਿਆਨ ਸਿੰਘ ਸੀ ਤੇ ਮਹਾਰਾਜ ਦੇ ਸੇਵਾਦਾਰ, ਕਹਿੰਦੇ ਵੀ ਸ਼੍ਰੀ ਅਨੰਦਪੁਰ ਬਾਬੇ ਮਸਤ ਭਗਤ ਸਿੰਘ ਜੀ ਦੇ ਕੋਲ ਜਾਓ। ਤੇ ਸੰਤਾਂ ਨੇ ਭੇਜਿਆ ਕੀ ਹੁਕਮ ਹੈ? ਉਹ ਉੱਥੇ ਗਏ। ਉਹ ਕਹਿਣ ਲੱਗੇ ਵੀ ਨਾ ਲੱਕੜ ਦਾ ਵੇਲਣਾ, ਕਾਠੜ ਦਾ ਵੇਲਣਾ ਕਹਿੰਦੇ, ਉਹਨਾਂ ਅੱਗੇ ਗੰਨੇ ਪੀੜਦੇ ਹੁੰਦੇ ਸੀ। ਨਵੇਂ ਤਾਂ ਦੇਖਿਆ ਨਹੀਂ, ਅਸੀਂ ਦੇਖਿਆ ਵੈਸੇ ਜਿਹੜਾ ਬਣਾਇਆ ਸੀ ਨਾ ਵੀ ਫਗਵਾੜੇ ਸਾਈ ਦੇ ਦਿਓ ਬਣਾ ਲਓ। ਤੇ ਕਈ ਚਿਰ ਤੋਂ ਸਾਹਮਣੇ ਛੱਡਿਆ, ਮੁੜ ਕੇ ਫਿਰ ਕਿਸੇ ਨੇ ਧਿਆਨ ਨਹੀਂ ਦਿੱਤਾ, ਗਲ ਪਚ ਗਿਆ। ਫਿਰ ਮੈਂ ਤੇ ਸੰਤਾਂ ਨੇ ਗੰਨੇ ਪੀੜਿਆ ਕਰਨੇ ਆ, ਗੁੜ ਸ਼ੱਕਰ ਬਣਾਇਆ ਕਰਨੇ ਆ। ਇੰਨੀ ਗੱਲ ਕਹੀ। ਉਹ ਗਿਆਨ ਸਿੰਘ ਜੀ ਆ ਗਏ। ਸੰਗਤ ਹੁਣ ਦੇਖਦੀ ਸੀ ਵੀ ਬਾਬੇ ਮਸਤ ਕੀ ਹੁਕਮ ਕਰਦੇ ਆ। ਕਹਿੰਦੇ ਮਹਾਰਾਜ ਫਿਰ ਸੰਤ ਮਸਤ ਭਗਤ ਸਿੰਘ ਨੇ ਇਹ ਬਚਨ ਕੀਤਾ। ਜਦੋਂ ਸੰਗਤ ਸੁਣਾਇਆ, ਸੰਗਤ 'ਚ ਹੋ ਗਿਆ ਵੀ ਹੁਣ ਸੰਤ ਨਹੀਂ ਜਾਂਦੇ। ਉਹ 15 ਦਿਨ ਜਿਲੇ ਹੋਏ, ਯੋਗਾ ਅਭਿਆਸੀ ਸੀਗੇ। 7:40 ਤੇ ਫਿਰ ਉਹ ਬ੍ਰਾਹਮਣ ਅੰਦਰ ਨਾੜੀ ਹੁੰਦੀ ਹੈ, ਉਹਨੂੰ ਫੋੜ ਕੇ ਤੇ ਉਹ ਫਿਰ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ। ਆਪਣਾ ਉਹਨੇ ਕਿਹਾ ਸੀ ਵੀ ਸਾਡਾ ਜਲ ਪ੍ਰਵਾਹ ਜਿੱਥੇ ਮਹਾਰਾਜ ਚੌਪਈ ਸਾਹਿਬਾਚਾਰੀ ਨਾ ਭਗੌਰ ਸਾਹਿਬ ਨੰਗਲ, ਉੱਥੇ ਸਤਲੁਜ 'ਚ ਜਲ ਪ੍ਰਵਾਹ ਕਰਨਾ। ਤੇ ਜਦੋਂ ਸੰਤਾਂ ਦਾ ਸਰੀਰ ਡਮੇਲੀ ਤੋਂ ਸੰਗਤਾਂ ਲੈ ਕੇ ਜਾ ਰਹੀਆਂ
ਤੇ ਦੇਖੋ ਮਹਾਂਪੁਰਖਾਂ ਦੇ ਬਚਨ। ਮਾਤਾ ਜੀਵਾ ਸ਼ਾਹ ਜੀ ਨਾ ਪਹਾੜੀ ਤੇ ਜਾ ਕੇ ਬਹਿ ਗਏ, ਬੇਨਤੀ ਕੀਤੀ, ਕੋਈ ਜਲ ਪਾਣੀ ਨਹੀਂ ਛਕਿਆ। ਫਿਰ ਮਾਤਾ ਜੀ ਅੱਜ ਕੀ ਕੌਤਕ ਆ, ਕਹਿਣ ਲੱਗੇ ਅੱਜ ਕਿ ਮੇਰੇ ਨੰਦ ਲਾਲ ਜੀ ਦਾ ਬਵਾਨ ਜਾ ਰਿਹਾ ਸੱਚਖੰਡ ਨੂੰ, ਉਹਨਾਂ ਦੇ ਦਰਸ਼ਨ ਵਾਸਤੇ ਬੈਠੇ ਆ। ਹੰਤਾਲ ਕੋਲੇ ਨੂੰ ਨੰਦ ਲਾਲ ਕਹਿੰਦੇ ਸੀ, ਕ੍ਰਿਸ਼ਨ ਮਹਾਰਾਜ ਲਈ ਭਾਵਨ ਕਹਿੰਦੇ ਅੱਜ ਮੇਰੇ ਨੰਦ ਲਾਲ ਜੀ ਦਾ ਬਵਾਨ ਸੱਚਖੰਡ ਜਾ ਰਿਹਾ, ਉਹਨਾਂ ਦੇ ਦਰਸ਼ਨ ਲਈ ਬੈਠੇ ਆ। ਇਹ ਸੰਗਤ ਜੀ ਗੱਲਾਂ ਹੈਗੀਆਂ ਪ੍ਰੇਮ ਦੀਆਂ, ਸ਼ਰਧਾ ਦੀਆਂ, ਭਗਤੀ ਦੀਆਂ। ਅੱਜ ਇਹ ਚੀਜ਼ਾਂ ਸਾਡੇ ਚੋਂ ਲੋਪ ਹੁੰਦੀਆਂ ਜਾ ਰਹੀਆਂ। ਸ਼ਰਧਾ ਪਿਆਰ ਜਿਹੜਾ ਨਾ ਉਹ ਖੰਭ ਲਾ ਕੇ ਉੱਡਦਾ ਜਾ ਰਿਹਾ। ਮਾਤਾ ਪਿਤਾ ਦੀ ਭਗਤੀ ਹੈ, ਗੁਰੂ ਉਸਤਾਦ ਦੀ ਭਗਤੀ ਹੈ, ਦੇਸ਼ ਦਾ ਰਾਜਾ ਧਰਮੀ ਹੁੰਦੇ ਸੀ, ਉਹਨਾਂ ਦੀ ਭਗਤੀ ਹੁੰਦੀ ਸੀ। ਹੁਣ ਉਹ ਵੀ ਗੱਲ ਦੂਰ ਚਲ ਗਈ। ਫਿਰ ਬੰਦਗੀ ਵਾਲੇ ਮਹਾਂਪੁਰਖਾਂ ਦੀ, ਗੁਰੂ ਦੀ ਬਾਣੀ ਦੀ, ਨਿਸ਼ਾਨ ਧਾਮ ਦੀ, ਸ਼ਸਤਰ ਅਸਤਰ ਦੀ। ਹੁਣ ਇਹ ਪੜ੍ਹਾਈਆਂ ਤੇ ਆਪਾਂ ਬਹੁਤ ਕਰੀ ਜਾਂਦੇ ਹਾਂ, ਪਰ ਇਹ ਜਿਹੜੀ ਸਤਿਕਾਰ ਪਿਆਰ ਦੀ ਸਿੱਖਿਆ ਉਹ ਦੇਖਣ ਨੂੰ ਕਿਤੇ ਕਿਤੇ ਮਿਲਦੀ ਹੈ। ਜਿੱਥੇ ਕੋਈ ਸਾਧੂ ਸੰਤਾਂ ਦੀ ਸੰਗਤ ਆ, ਉਹ ਫਿਰ ਇੱਧਰ ਦੀ ਕੋਈ ਸਿੱਖਿਆ ਦਿੰਦੇ ਆ, ਨਹੀਂ ਤਾਂ ਸੰਸਾਰ ਉਖੜਿਆ ਫਿਰ ਰਿਹਾ। ਇਸੇ ਕਰਕੇ ਆ ਸਾਰੇ ਅਰਾਜਕਤਾ ਫੈਲੀ ਹੋਈ ਹੈ। ਦੁਨੀਆ ਇੱਥੇ ਤਾਂ ਹੀ ਰੱਬ ਹੈ ਹੀ ਕੋਈ ਨਹੀਂ। ਆਹ ਦੇਖ ਲਓ, ਛੋਟੇ ਜਿਹੇ ਵਾਇਰਸ ਨੇ ਸਾਰੀ ਦੁਨੀਆ ਨੂੰ ਕਿਵੇਂ ਕੈਦੀ ਬਣਾਇਆ ਪਿਆ। ਹੁਣ ਦੂਏ ਦੇਸ਼ਾਂ ਲਈ ਕਿਹੜੇ ਬੰਬ, ਹਾਈਡਰੋਜਨ, ਪਰਮਾਣੂ ਬੰਬ ਬਣਾਏ ਆ, ਇਉਂ ਕਰ ਦਿਆਂਗੇ, ਉਹ ਕਰ ਦਿਆਂਗੇ। ਤੇ ਆਹ ਦੇਖ ਲਓ, ਛੋਟਾ ਜਿਹਾ ਜਰਾਸੀਮ ਜਿਹੜਾ ਉਸਨੇ ਵਕਤ ਪਾਇਆ ਪਿਆ। ਕਿਉਂ? ਲੀਲਾ ਕਿਤੇ ਕਿਤੇ ਦਿਖਾਲਦਾ ਨਾ ਵੀ ਮੈਂ ਹੈਗਾ। ਕਿਤੇ ਹੜ੍ਹ ਆ ਗਿਆ, ਕਿਤੇ ਭੁਚਾਲ ਆ ਗਿਆ, ਕਿਤੇ ਡਾਕੀ ਹੈ ਜਾ ਆ ਗਿਆ, ਕਿਤੇ ਪਲੇਗ ਆ ਗਈ। ਤੇ ਹੁਣ ਇਹਦਾ ਨਾਂ ਰੱਖਿਆ ਕਰੋਨਾ, ਵੀ ਕਰੋਨਾ ਕੁਝ ਵੀ ਅੰਦਰ ਵੜ ਕੇ ਬਹਿ ਜਾਓ। ਹਾਂ, ਇਹਦਾ ਅਰਥ ਆ। ਇਹਦੀ ਵਿਆਖਿਆ ਕਰੋਨੇ ਦੀ, ਕਰੋਨਾ ਕੁਝ ਵੀ ਬਹਿ ਜਾਓ। ਸਾਰੇ ਡੁੱਡੇ ਪਿੰਗਲੇ ਬਣਾ ਕੇ ਬਹਾਲਤੇ ਹਨ। ਸੋ ਇਸ ਵਾਸਤੇ ਉਹਦੀ ਲੀਲਾ ਐਸੀ ਹੈ। ਸੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿਚਾਰ ਸਰਵਣ ਕਰੀਏ। ਮਨ ਬਿਰਤੀ ਦੀ ਇਕਾਗਰਤਾ ਲਈ, ਰਸਨਾ ਦੀ ਪਵਿੱਤਰਤਾ ਲਈ ਗੱਜ ਵੱਜ ਕੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਤੀਜਾ। ਏ ਮਨ ਹਰਿ ਜੀ ਧਿਆਏ ਤੂੰ, ਇਕ ਮਨ ਇਕ ਚਿਤ ਭਾਏ। ਇਹ ਬਾਰ ਦਾ ਆਖਰੀ ਸ਼ਬਦ ਹੈ। ਤੀਸਰੇ ਸਤਿਗੁਰੂ ਜੀ ਕਿਰਪਾ ਕਰਦੇ ਹਨ। ਪਹਿਲਾਂ ਤਾਂ ਸ਼ਲੋਕ ਮਹੱਲਾ ਆਏਗਾ, ਫਿਰ ਇਕੱਲਾ ਹੀ ਮਹੱਲਾ ਆਏਗਾ, ਫਿਰ ਪੌੜੀ ਆਉਂਦੀ ਹੈ। ਪਹਿਲਾਂ ਮੂਲ ਰੂਪ ਹੈ, ਉਹਦੀ ਵਿਆਖਿਆ ਫਿਰ ਮਹੱਲੇ 'ਚ ਕਰਦੇ ਆ।
ਉਹਦਾ ਸੌਖਾ ਅਰਥ ਜਿਹੜਾ ਨਾ ਉਹ ਪੌੜੀ 'ਚ ਹੁੰਦਾ। ਤੀਜੇ ਸਤਿਗੁਰੂ ਜੀ ਆਪਣੀ ਰਸਨਾ ਤੋਂ ਉਹਨਾਂ ਨੇ ਸਦੀਆਂ ਪਹਿਲਾਂ ਹੀ ਬਾਣੀ ਉਚਾਰੀ ਹੈ। ਅੱਜ ਵੀ ਇਹ ਉਸੇ ਤਰ੍ਹਾਂ ਇਹ ਅੰਮ੍ਰਿਤ ਨਵੀਨ ਆ। ਹੁਣ ਆਪਾਂ ਚੀਜ਼ਾਂ ਨੂੰ ਸੰਭਾਲਣ ਲਈ ਆ ਫਰਿੱਜਾਂ ਜਾਂ ਫਰੀਜ਼ਰ ਹੈਗੇ ਆ, ਉਹ ਵੀ ਥੋੜ੍ਹੇ ਸਮੇਂ ਲਈ ਸੰਭਾਲ ਕਰਦੇ ਆ, ਪਰ ਇਹ ਬਾਣੀ ਦੇਖ ਲਓ ਐਸੀ ਹੈ, ਇਹ ਹਮੇਸ਼ਾ ਹੀ ਇਹ 'ਚ ਪੁਰਾਣਾਪਨ ਨਹੀਂ ਆਉਂਦਾ, ਨਵੀਨ ਹੀ ਆ। ਅੱਜ ਕੱਲ੍ਹ ਬੜੀਆਂ ਕਿਤਾਬਾਂ ਲੇਖ ਹੋ ਰਹੀਆਂ, ਪਰਚੇ ਆ, ਇੱਕ ਵਾਰੀ ਪੜ੍ਹ ਲਓ ਮੁੜ ਕੇ ਕੋਈ ਦੇਖਦਾ ਨਹੀਂ। ਅਖਬਾਰ ਵੀ ਸਵੇਰੇ ਤੱਕ ਕਈਆਂ ਨੂੰ ਬੜਾ ਹੁੰਦਾ, ਮੁੜ ਕੇ ਰੱਦੀ ਸੁੱਟ ਦਿੰਦੇ ਆ। ਪਰ ਇਹ ਗੁਰਬਾਣੀ ਹੈ, ਉਹ ਰੋਜ਼ ਹੀ ਦਾ ਉਸੇ ਬਾਣੀ ਦਾ ਨਿਤਨੇਮ ਕਰਦੇ ਹਾਂ, ਉਹਦਾ ਕਥਾ ਕੀਰਤਨ ਸੁਣਦੇ ਹਾਂ। ਇਹ ਤੋਂ ਬੰਦਾ ਕਦਾ ਨਹੀਂ, ਨਵਾਂ ਸਵਾਦ, ਨਵਾਂ ਲਹਿਜਾ, ਨਵਾਂ ਹੀ ਰਸ ਆਉਂਦਾ। ਇਹ ਅੰਮ੍ਰਿਤ ਰਸ ਨਾਲ ਭਰੀ ਹੋਈ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਇਸ ਵਾਸਤੇ ਇਹ ਮਨ ਹਰ ਜੀ ਧਿਆਏ ਤੂੰ। ਇੱਕ ਉੱਤਮ ਭਗਤਾ ਹੁੰਦਾ, ਇੱਕ ਮੱਧਮ, ਇੱਕ ਕਨਿਸ਼ਟ ਹੁੰਦਾ। ਜਿਹੜਾ ਉੱਤਮ ਹੈ ਉਹ ਆਪਣੇ ਮਨ ਨੂੰ ਸਾਕਸ਼ੀ ਜਾਣ ਕੇ ਕੋਈ ਬਚਨ ਵਿਲਾਸ ਕਰਦਾ। ਮੱਧਮ ਜਿਹੜਾ ਉਹ ਦੂਜੇ ਨੂੰ, ਜਿਹੜਾ ਕਨਿਸ਼ਟ ਆ ਹੁਣ ਤਾਂ ਕੋਈ ਗੱਲ ਨਾ ਸੁਣਨੀ ਨਾ ਸੁਣਾਉਣੀ, ਉਹਦੇ ਕੋਲ ਤਾਂ ਰੌਲਾ ਵਾਲਾ ਹੀ ਹੁੰਦਾ। ਆ ਜਾਂਦੇ ਕਈ ਵਾਰੀ ਤੇ ਆਮ ਸਥਾਨਾਂ 'ਤੇ ਇਵੇਂ ਆ ਜਿੱਥੇ ਕੋਈ ਸਾਧੂ ਸੰਤਾਂ ਦੀ ਸੰਗਤ, ਉੱਥੇ ਸੰਗਤ ਵਿੱਚ ਕੋਈ ਵੱਖਰਾ ਲਹਿਜਾ ਹੁੰਦਾ ਹੈ। ਸੋ ਇਸ ਵਾਸਤੇ ਮਹਾਰਾਜ ਕਿਰਪਾ ਕਰਦੇ ਹਨ ਉੱਤਮ ਭਗਤੇ ਦੁਆਰਾ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ। ਹੇ ਮਨਾ, ਇੱਕ ਮਨ ਕੀ ਹੈ? ਮਨ 'ਚ ਦੋ ਭਾਵ ਹੁੰਦੇ, ਸਕਲਪ ਹੋ ਗਿਆ ਤੇ ਵਿਕਲਪ ਹੋ ਗਿਆ। ਸਕਲਪ ਹੈ ਚਲੋ ਇਹ ਅੱਜ ਫਲਾਣੇ ਥਾਂ ਚੱਲੀਏ, ਵਿਕਲਪ ਛੱਡੋ ਕੀ ਜਾਣਾ। ਰੱਦੋ ਬਦਲ ਚੱਲਦੀ ਰਹਿੰਦੀ ਹੈ, ਢਾਊ ਅਸਾਰੂ ਬਿਰਤੀ ਇਹ ਮਨ 'ਚ ਬਣਦੀ ਰਹਿੰਦੀ ਹੈ। ਮਨ ਦਾ ਸੁਭਾਅ ਆ। ਚਿੱਤ 'ਚ ਹੁੰਦਾ ਫਲਾਣੀ ਚੀਜ਼ ਖਾ ਲਈਏ ਨਾ ਖਾ ਲਈਏ, ਇਸ ਤਰ੍ਹਾਂ ਦੇ ਜਿਹੜੇ ਭਾਵ ਆ, ਭਾਵ ਮਨ ਨੂੰ ਔਰ ਚਿੱਤ ਦੀਆਂ ਜਿਹੜੀਆਂ ਬਿਰਤੀਆਂ, ਉਹਨਾਂ 'ਚੋਂ ਸਾਰੀ ਤਰ੍ਹਾਂ ਦੇ ਭਾਵ ਤਿਆਗ ਕੇ ਇਕਾਗਰ ਹੋ ਕੇ ਹੇ ਮਨਾ ਉਸ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰ, ਕਿਉਂਕਿ ਉਹ ਛਿਨ ਵੀ ਧਿਆ ਜਾਏ ਤੇ ਉਹਦੀ ਬਰਕਤ ਆ। ਖਿਨ ਹੁਣ ਉਸ ਤਰ੍ਹਾਂ ਦਾ ਕਥਾ ਕਰਦੇ ਨਾ, ਇੱਕ ਖਿਨ ਜਿਨ ਤੇ ਆਇਆ ਕਾਲ ਫਾਹ ਦੇ ਵਿੱਚ ਨਹੀਂ ਆਉਂਦਾ, ਪਰ ਉਹ ਖਿਨ ਪ੍ਰਾਪਤ ਕਰਨ ਲਈ ਮਿਹਨਤ ਬਹੁਤ ਕਰਨੀ ਪੈਂਦੀ ਹੈ। ਹੁਣ ਪਹਿਲਵਾਨ ਆ, ਕਿੰਨੇ ਸਾਲ ਉਸਤਾਦਾਂ ਦੀ ਮਾਰ ਖਾ ਕੇ ਮਿਹਨਤ ਕਰਦੇ ਆ, ਤੇ ਜਦੋਂ ਕਿਸੇ ਨੂੰ ਢਾਹ ਲੈਂਦੇ ਉਹ ਖਿਨ ਕੇ ਹੀ ਲੱਗਦਾ। ਸੂਰਮਾ ਕਿੰਨੇ ਚਿਰ ਸ਼ਸਤਰ ਅਸਤਰ ਦਾ ਅਭਿਆਸ ਕਰੂਗਾ, ਜਦੋਂ ਵੱਡੇ ਵੱਡੇ ਦੁਸ਼ਮਣਾਂ ਦੇ ਵਿਜੇ ਪਾਉਂਦਾ ਉਹ ਖਿਨ ਹੀ ਆ। ਪਰ ਉਹ ਖਿਨ ਪ੍ਰਾਪਤ ਕਰਨ ਲਈ ਬੜੀ ਮਿਹਨਤ ਕਰਨੀ ਪੈਂਦੀ ਹੈ। ਕੋਈ ਵੀ ਵਿਦਿਆ ਲੈ ਲਓ, ਇਹ ਜਿਹੜਾ ਮਨ ਦੀ ਇਕਾਗਰਤਾ ਵਾਲਾ ਖਿਨ ਆ, ਇਹਦੇ ਵਾਸਤੇ ਬਹੁਤ ਅਭਿਆਸ ਕਰਨਾ ਪੈਂਦਾ, ਫਿਰ ਉਹ ਖਿਨ ਮਿਲਦਾ ਕਿਤੇ ਜਾ ਕੇ। ਸੌਖਿਆ ਨਹੀਂ ਮਿਲਦਾ ਇਹ। ਇੱਕ ਮਨ ਇੱਕ ਚਿੱਤ ਪਾਏ, ਮਨ ਨੂੰ ਫੁਰਨਿਆਂ ਤੋਂ ਰਹਿਤ, ਚਿੱਤ ਦੀਆਂ ਚਿਤਵਣੀਆਂ ਚਿੰਤਾ ਛੱਡ ਕੇ ਇੱਕੋ ਇੱਕ ਨਿਰੰਕਾਰ ਦੇ ਚਰਨਾਂ ਦਾ ਭਾਏ ਪਿਆਰ ਧਾਰ ਕੇ ਉਹਦੇ ਨਾਮ ਦਾ ਚਿੰਤਨ ਕਰਨਾ ਕਰੋ।
ਹਰ ਕੀਆਂ ਸਦਾ ਸਦਾ ਵਡਿਆਈਆਂ। ਜਿਹੜਾ ਇਸ ਢੰਗ ਨਾਲ ਕਰਦਾ ਨਾ, ਫਿਰ ਹਰੀ ਨਿਰੰਕਾਰ ਵੱਲੋਂ ਨੂੰ ਵਡਿਆਈਆਂ ਬਰਕਤਾਂ ਮਿਲਦੀਆਂ ਹਨ। ਦੇ ਨ ਪਛੋਤਾਏ। ਜਿਲੇ ਉਹ ਦਾਤਾਂ ਦਿੰਦਾ ਨਾ, ਫਿਰ ਪਛਤਾਉਂਦਾ ਨਹੀਂ। ਸੰਤ ਬਾਬਾ ਅਤਰ ਸਿੰਘ ਜੀ ਮਸਤ ਹੋਣ ਵਾਲੇ ਮਹਾਂਪੁਰਖ ਹੋਏ। ਉਹਨਾਂ ਦੇ ਇੱਕ ਸੇਵਕ ਮਨੀ ਸਿੰਘ ਹੋਇਆ। ਉਹਨਾਂ ਨੇ ਬੜੀਆਂ ਰਿੱਧੀਆਂ ਸਿੱਧੀਆਂ ਕੀਤੀਆਂ ਸੀ। ਉਹ ਇੱਕ ਨਗਰ ਚਲੇ ਗਏ ਤੇ ਦਰਖਤਾਂ ਤੋਂ ਬਦਾਮ ਇਲਾਇਚੀਆਂ ਲਾ ਕੇ ਫਿਰ ਸਰਦਾਈ ਬਣਾਓ। ਤੇ ਦੂਏ ਪਾਸੇ ਨਗਰ ਦੇ ਸੰਤ ਮਹਾਂਪੁਰਸ਼ ਆਏ ਸੀ, ਜਿਨ੍ਹਾਂ ਦੇ ਉਹ ਚੇਲੇ ਸੀ। ਤੇ ਹੁਣ ਉਹ ਸਰਦਾਈ ਰਗੜਨ ਵਾਸਤੇ ਸੁਨਹਿਰਾ ਤੇ ਘੋਟਣਾ ਚਾਹੀਦਾ ਸੀ, ਕੁੰਡਾ। ਤੇ ਮਹਾਰਾਜ ਵੀ ਅੰਤਰਜਾਮੀ ਸੀ ਬਾਬਾ ਅਤਰ ਸਿੰਘ ਜੀ। ਕਹਿੰਦੇ ਵੀ ਲਿਆਓ ਸੁਨਹਿਰਾ, ਸਰਦਾਈ ਰਗੜੋ। ਉਹ ਸੰਤਾਂ ਨੇ ਅਸੀਂ ਕਲਾ ਵਰਤਾਈ, ਜਿਹਦੇ ਘਰ ਜਾਣਾ ਇੱਥੇ ਕੁ ਰੱਖਿਆ ਸੀ, ਪਤਾ ਨਹੀਂ ਕਿੱਥੇ ਗਿਆ, ਲੱਜਦਾ ਹੀ ਨਹੀਂ। ਉਹ ਸਾਰੇ ਜੀ ਘੁੰਮ ਘੁਮਾ ਕੇ ਆ ਗਏ, ਕੁੰਡੇ ਨਾ ਲੱਜੇ। ਉਹ ਫਿਰ ਪਤਾ ਲੱਗ ਗਿਆ ਵੀ ਉੱਧਰ ਮੇਰੇ ਮੁਰਸ਼ਦ ਆਏ ਹੋਏ ਆ, ਵੀ ਉਹਨਾਂ ਨੇ ਕਲਾ ਵਰਤਾਤੀ ਹੈ। ਵੀ ਆ ਕੇ ਚਰਨਾਂ 'ਚ ਡਿੱਗ ਪਿਆ, ਮਹਾਰਾਜ ਬਖਸ਼ ਲਓ। ਕਹਿੰਦੇ ਜਿੱਥੇ ਬਦਾਮ ਇਲਾਇਚੀਆਂ ਲਾਈ ਜਾਂਦਾ ਸੀ, ਉੱਥੇ ਕੁੰਡਾ ਵੀ ਲਾ ਲੈਂਦਾ। ਕੁੰਡਾ ਵੀ ਲਾ ਲੈਣਾ ਸੀ। ਕਹਿੰਦੇ ਇਹੋ ਜਿਹੀਆਂ ਨਾਟਕੀਆਂ ਚਿਟਕੀਆਂ ਨਹੀਂ ਕਰੀਦੀਆਂ ਹੁੰਦੀਆਂ। ਇਹਦਾ ਮਤਲਬ ਇਹ ਨਹੀਂ ਕਿ ਕਰਾਮਾਤ ਹੈ ਨਹੀਂ, ਗੁਰੂ ਘਰ 'ਚ ਹੈਗੀ ਆ। ਹੁਣ ਰਾਮ ਰਾਜ ਨੇ 360 ਦਿਖਾ ਲਈਆਂ। ਇਤਿਹਾਸ ਪੜ੍ਹਾਉਂਦੇ ਸੀ ਸੂਰ ਪ੍ਰਗਾਸ ਦਾ। ਹੁਣ ਆਹ ਸਾਖੀ ਸੁਣਾ ਕੇ ਆਏ ਉੱਥੇ ਪੜ੍ਹਾ ਕੇ। ਫਿਰ ਜੇ ਆ ਗਿਆ ਮਿੱਟੀ ਮੁਸਲਮਾਨ ਦੀ, ਉੱਥੇ ਝੇਬ ਚ ਆ ਗਿਆ। ਅਤੇ ਮਹਾਰਾਜ ਕਹਿੰਦੇ ਵੀ ਇੰਨੀ ਬਰਕਤ ਸੀ, ਗੁਰੂ ਘਰ ਦੀ ਹੇਠੀ ਕੀਤੀ, ਗੁਰੂ ਨਾਨਕ ਸਾਹਿਬ ਬਾਣੀ ਬਦਲੀ, ਉੱਥੇ ਸੜਦੀਆਂ ਕਬਰਾਂ ਦਿਖਾ ਦਿੰਦਾ। ਇੱਥੇ ਵਿਸ਼ਵਾਸ ਹਟ ਗਿਆ ਵੀ ਜਿੱਥੇ ਇੰਨੀਆਂ ਦਿਖਾਈਆਂ ਇੱਕ ਹੋਰ ਦਿਖਾ ਦਿੰਦਾ ਹੈ। ਇਹ ਵੀ ਬਾਦਸ਼ਾਹ ਜਿਹੜਾ। ਸੋ ਇਸ ਵਾਸਤੇ ਇਹ ਆ ਵੀ ਹੈ ਬਰਕਤ ਸਾਰੀ, ਪਰ ਮਹਾਰਾਜ ਨੇ ਕਿਹਾ ਵੀ ਇਹਨੂੰ ਨਾਟਕੀ ਚੇਟਕੀ ਨਹੀਂ ਬਣਾਉਣਾ, ਤਮਾਸ਼ਬੀਨੀ ਨਹੀਂ ਬਣਾਉਣੀ। ਮੌਜ ਵਿੱਚ ਆਏ ਤਾਂ ਮਹਾਂਪੁਰਖ ਬਹੁਤ ਬੜੇ ਬੜੇ ਖੇਲ ਕਰ ਦਿੰਦੇ। ਅੱਛਾ, ਇੱਕ ਵਾਰੀ ਕਿਸੇ ਨੇ ਸ਼ਿਕਾਇਤ ਕਰਤੀ ਵੀ ਮਹਾਰਾਜ ਮਨੀ ਸਿੰਘ ਇਸ ਤਰ੍ਹਾਂ ਬੜੀਆਂ ਦਿਖਾਉਂਦਾ। ਉਹ ਸੰਤ ਕਹਿੰਦੇ ਵੀ ਉਹਦੇ ਕੋਲ ਹੈਗੀਆਂ ਤੇ ਦਿਖਾਉਂਦਾ, ਤੂੰ ਦਿਖਾ ਦੇ। ਕਹਿੰਦੇ ਹੈਗੀ ਤੇ ਦਿਖਾਉਂਦਾ ਨਾ, ਜਿਹਦੇ ਕੋਲ ਹੈ ਹੀ ਕੁਛ ਨਹੀਂ ਦਿਖਾਊਗਾ ਵੀ ਕੀ। ਕਿਉਂਕਿ ਉਹ ਕੁਦਰਤੀ, ਜਿਵੇਂ ਹੁਣ ਦਰਿਆ ਸਮੁੰਦਰਿਆ ਲਹਿਰਾਂ ਆਪਣੇ ਆਪ ਹੀ ਬੇਬ ਪੈਦਾ ਹੋਈ ਜਾਂਦੀਆਂ ਨਾ। ਸੂਰਜ ਦੀਆਂ ਕਿਰਨਾਂ 'ਚ ਪ੍ਰਕਾਸ਼ ਕੁਦਰਤੀ ਆ, ਫੁੱਲ 'ਚ ਸੁਗੰਧੀ ਕੁਦਰਤੀ ਝੜਦੀ ਹੈ। ਜਿਹੜੀ ਚੀਜ਼ ਕਿਸੇ 'ਚ ਆ ਜਾਂਦੀ ਆ, ਉਹ ਕੁਦਰਤੀ ਤੌਰ 'ਤੇ ਕਿਤੇ ਨਾ ਕਿਤੇ ਕਰਿਸ਼ਮਾ ਹੋ ਜਾਂਦਾ। ਵਿਦਿਆ ਜਿਹੜੀ ਉਹ ਵੀ ਪ੍ਰਗਟ ਹੋ ਜਾਂਦੀ। ਹੁਣ ਰਾਗੀ ਜਿਹੜਾ ਹੋਊਗੀ, ਨਾ ਵੀ ਹੋਵੇ ਤਾਂ ਗੋਡੇ 'ਤੇ ਹੱਥ ਮਾਰ ਕੇ ਜੋੜੀ ਵਜਾਈ ਜਾਊਗਾ, ਪਤਾ ਲੱਗ ਜਾਂਦਾ ਵੀ ਹੈ ਵੀ। ਕੋਈ ਵੀ ਕਰਤੱਵ ਲੈ ਲਓ, ਉਹ ਕਿਸੇ ਨਾ ਕਿਸੇ ਢੰਗ ਨਾਲ ਜ਼ਾਹਰ ਹੋ ਜਾਂਦਾ। ਸੋ ਇਸ ਕਰਕੇ ਕਹਿੰਦੇ ਮਹਾਰਾਜ ਜਿਹੜਾ ਹਰੀ ਨਿਰੰਕਾਰ ਪਰਮੇਸ਼ਰ ਆ, ਉਹਦੀਆਂ ਐਸੀਆਂ ਐਸੀਆਂ ਵਡਿਆਈਆਂ ਬਰਕਤਾਂ ਬਖਸ਼ਾਂ ਹੈਗੀਆਂ, ਪਰ ਉਹ ਦਾਤਾਂ ਦਿੰਦਾ ਹੋਇਆ ਪਛਤਾਉਂਦਾ ਨਹੀਂ। ਇੱਥੇ ਆ ਸੰਤ ਕਰੀਚੋ ਵਾਲਿਆਂ ਦੀ ਤੁਸੀਂ ਗੱਲ ਸੁਣੀ ਹੋਣੀ ਆ। ਇਹ ਭਾਈ ਮਨੀ ਸਿੰਘ ਨੇ ਇਹਨਾਂ ਦਾ ਜੀਵਨ ਪਲਟਿਆ। ਅਫਰੀਕਾ ਜ਼ਿਲ੍ਹੇ ਗਏ ਨਾ, ਨਰੋਬੀ ਉਧਰ ਗਏ। ਪਹਿਲਾਂ ਮੇਸਤਰੀ ਸਿੰਘ ਜ਼ਿਆਦਾ ਇੱਧਰ ਆਏ ਆ, ਦੂਜੀਆਂ ਕੌਮਾਂ ਬਾਅਦ 'ਚ ਅਫਰੀਕਾ 'ਚ। ਸ਼ਰਾਬ ਦੀਆਂ ਮੱਟੀਆਂ ਜੜੀਆਂ ਰਹਿਣੀਆਂ, ਕੰਮ ਜੋ ਲੈਣਾ ਸੀ ਉਹਨਾਂ ਬਦੂਆਂ ਤੋਂ। ਅਤੇ ਮਨੀ ਸੋਹਣੀ ਚੱਲ ਗਿਆ। ਕਹਿੰਦੇ ਇਹ ਕੀ ਕਰ ਰਿਹਾ? ਉਹ ਕਹਿੰਦੇ ਜਿਹੜਾ ਹੁੰਦਾ ਸਰਦਾਰ ਜੀ, ਸਰਦਾਰ ਜੀ ਵੀ ਨਹੀਂ ਇਸ ਤਰ੍ਹਾਂ। ਇਹ ਦੇਖਿਆ ਸੰਤ ਆ,
ਸੰਤਾਂ ਨੇ ਫਿਰ ਅੰਮ੍ਰਿਤ ਛਕਾ ਕੇ ਇਹਨਾਂ ਦਾ ਜੀਵਨ ਪਲਟਿਆ ਪੂਰਨ ਸੁਣਾ ਦਾ। ਇਹ ਨਹੀਂ ਵੀ ਉਹਨਾਂ ਲਈ ਇੱਕ ਪਲੰਗ ਬਣਾਇਆ ਆਪਣੇ ਹੱਥਾਂ ਨਾਲ ਸਰਬਲੋਹ ਦਾ, ਉਹ ਹਾਲੇ ਵੀ ਨਹੀਂ ਸਾਂਭ ਕੇ ਰੱਖਿਆ। ਅਫਰੀਕਾ ਤੋਂ ਲਿਆ ਕੇ ਇੱਥੇ ਰੱਖਿਆ ਹੋਇਆ ਇਹਨਾਂ ਨੇ। ਉਹਦੇ 'ਤੇ ਜਾਂ ਭਾਈ ਮਨੀ ਸਿੰਘ ਜਾਂ ਬਾਬਾ ਪ੍ਰਤਾਪ ਸਿੰਘ ਨਾਮਧਾਰੀਏ ਪਏ ਆ, ਦੂਆ ਨਹੀਂ ਪਿਆ ਉਹਦੇ 'ਤੇ। ਕਿਤੇ ਕਿਤੇ ਦਿਖਾਉਂਦੇ ਇਹ, ਉਹ ਸਾਂਭਿਆ ਹਾਲ 'ਤੇ ਜੀਵਨ ਪਲਟਿਆ ਉਹਨਾਂ ਨੇ। ਫਿਰ ਦੇਖ ਲਓ ਉਹਨਾਂ ਨੇ ਕਮਾਈ ਕੀਤੀ, ਨਾਮ ਵੀ ਪੂਰਨ ਹੀ ਬਣ ਗਿਆ, ਕਮਾਈ ਕੀਤੀ। ਸੋ ਇਸ ਕਰਕੇ ਫਿਰ ਉਹ ਬਰਕਤਾਂ ਉੱਥੇ ਚਲੇ ਗਏ ਸੰਤ ਮਨੀ ਸਿੰਘ ਗੱਡੀ ਲੈ ਕੇ। ਇੱਕ ਹਰਨੀ ਨਿਕਲੀ, ਮਗਰ ਦੌੜੇਗਾ, ਉਹ ਜੰਗਲ ਆ ਗਏ ਫਿਰ ਮਗਰ, ਉਹ ਫਿਰ ਹਾਫ ਕੇ ਡਿੱਗ ਪਈ ਵਿਚਾਰੀ। ਫਿਰ ਉਹ ਰੱਖ ਕੇ ਨਾ ਪੱਟ 'ਤੇ ਉਹਦਾ ਸਿਰ ਸ੍ਰੀ ਜਪਜੀ ਸਾਹਿਬ ਪੜ੍ਹਦੇ ਰਹੇ। ਉਹ ਫਿਰ ਸਰੀਰ ਤਿਆਗ ਗਈ। ਫਿਰ ਪੁੱਛਿਆ ਸੰਤਾਂ ਨੂੰ, ਮਹਾਰਾਜ ਕਹਿੰਦੇ ਸਾਡੀ ਮਾਂ ਇਸ ਜੂਨ 'ਚ ਚਲ ਗਈ ਸੀ, ਇਹਦੇ ਭਲੇ ਲਈ ਅਫਰੀਕਾ ਜਾਏ ਸੀ। ਫੁਰਨਾ ਆ, ਦੇਖ ਲਓ ਇਹ ਫੁਰਨਾ ਕਿੱਧਰ ਲੈ ਜਾਂਦਾ। ਅੱਜ ਪ੍ਰਸ਼ਨ ਕੀਤਾ ਸੀ ਵੀ ਮਹਾਰਾਜ ਸਰੀਰ ਛੱਡਣ ਤੋਂ ਬਾਅਦ ਸਾਰੇ ਪਰਲੋਕ ਜਾਂਦੇ। ਮੈਂ ਕਿਹਾ ਨਹੀਂ, ਇਹ ਫੁਰਨੇ ਪਤਾ ਨਹੀਂ ਕਿੱਧਰ ਦੀ ਕਿੱਧਰ ਲੈ ਤੁਰਦੇ ਆ। ਉਹੋ ਜਿਹੇ ਜਨਮ ਚਲੇ ਜਾਂਦੇ ਆ ਜਿਹੋ ਜਿਹਾ ਫੁਰਨ। ਅੰਤਕਾਲ ਜੋ ਲక్ష్ਮੀ ਹੈਗਾ ਨਾ, ਸਰਬ ਜੋਨ ਮੰਦਰ ਸਿਮਰੇ ਪ੍ਰੇਤ ਜੋਨ, ਸਾਰੇ ਲਿਖਿਆ ਨਾ। ਇਸਤਰੀ ਸਿਮਰੈ ਬੇਸਵਾ ਜੋਨਿਆ, ਲੜਕੇ ਸਿਮਰੈ ਸੂਰ ਦੀ ਜੋਨਿਆ, ਅੰਤਕਾਲ ਪੀਤਾੰਬਰ ਸਿਮਰੈ, ਅੰਤਕਾਲ ਨਾਰਾਇਣ ਸਿਮਰੈ, ਪੀਤਾੰਬਰ ਵਾਕੈ ਹਿਰਦੈ ਬਸ। ਇਹ ਰਿਜ਼ਲਟ ਕੱਢਿਆ ਨਾ। ਇਹ ਹੁਣ ਆਪੋ ਆਪਣੇ ਮਨਾਂ ਦਾ ਸਾਰਿਆਂ ਨੂੰ ਪਤਾ ਵੀ ਸਾਡੇ ਫੁਰਨੇ ਕਿੱਧਰ ਨੂੰ ਜਾਂਦੇ ਆ। ਜਿੱਧਰ ਫੁਰਨਾ ਇੱਥੇ ਜੀਂਦੇ ਵੀ ਤਾਂ ਉੱਧਰ ਨੂੰ ਜਾਂਦੇ ਆਪਾਂ। ਜਿੱਧਰ ਨੂੰ ਸੰਕਲਪ ਹੁੰਦਾ ਜੀਂਦੇ ਉੱਧਰ ਜਾਂਦੇ ਆ। ਮਰਨ ਤੋਂ ਬਾਅਦ ਵੀ ਇਹ ਜੀਵ ਆਤਮਾ ਉੱਧਰ ਗਮਨ ਕਰ ਜਾਂਦੀ। ਜਿਹੜਾ ਬਾਰ-ਬਾਰ ਭਜਨ ਕਰਨਾ, ਸਿਮਰਨ ਕਰਨਾ, ਉਹਦਾ ਮਤਲਬ ਇਹ ਆ ਕਿ ਫੁਰਨੇ ਖਤਮ ਹੋ ਜਾਣਾ ਅਤੇ ਅਫੁਰ ਅਵਸਥਾ ਹੋ ਜਾਏ। ਜਿਲੇ ਅਵਸਥਾ ਅਫੁਰ ਹੁੰਦੀ ਫਿਰ ਸਮਾਧੀ ਕੁਦਰਤੀ ਲੱਗ ਜਾਂਦੀ। ਵੈਸੇ ਅੱਖਾਂ ਜਿੰਨੀਆਂ ਮਰਜ਼ੀ ਮਿੱਟੀ ਜੋ ਨਹੀਂ ਲੱਗੂਗੀ, ਲੱਗਦੀ ਆ। ਜਿਲੇ ਫੁਰਨਾ ਨਾ ਹੋਵੇ ਕੁਦਰਤੀ। ਜੇ ਕੱਚਾ ਮਨ ਲਾਈ ਹੋਵੇ, ਮਾੜਾ ਜਿਹਾ ਖੜਕਾ ਹੋ ਜਾਂਗਾ, ਇਹ ਕੀ ਕਰਦਾ ਸੀ, ਉੱਧਰ ਦੌੜ ਜਾਂਦਾ ਨਾ ਮਨ। ਸੋ ਇਸ ਵਾਸਤੇ ਫਿਰ ਉੱਥੇ ਕਾਰ ਲੈ ਕੇ ਘੁੰਮਦੇ ਰਹੇ। ਅਤੇ ਜਦੋਂ ਆਉਣਾ ਸੀ ਕਹਿੰਦੇ ਤੇਲ ਪਵਾ ਲਈਏ। ਕਹਿੰਦੇ ਮਹਾਰਾਜ ਅੱਗੇ ਤੋਂ ਉਵੇਂ ਹੀ ਲਈ ਫਿਰਦੇ ਰਹੇ। ਮਤਲਬ ਇਹੋ ਜਿਹਾ ਕਰ ਦਿੰਦੇ ਸੀ। ਇੱਥੇ ਇੱਕ ਵਾਰੀ ਆਏ ਸਰਦਾਰ ਅਮਰਜੀਤ ਸਿੰਘ, ਕਹਿੰਦੇ ਦੇਖ ਤਾਂ ਕੀ ਹੈ। ਕਹਿੰਦੇ ਮਹਾਰਾਜ ਰੋਡ ਪਾਇਆ। ਕਹਿੰਦੇ ਫੇਰ ਦੇਖ। ਫਿਰ ਉੱਥੇ ਰੁਪਈਆ ਪਿਆ ਚਾਂਦੀ ਦਾ। ਉਹ ਹੈਗਾ ਹਾਲੇ। ਮਤਲਬ ਬਰਕਤਾਂ ਆ ਜਾਂਦੀਆਂ। ਜੇ ਤਾਂ ਉਹਨੂੰ ਨਾਟਕੀ ਚੇਟਕੀ ਬਣਾਏ ਫਿਰ ਤਾਂ ਗੱਲ ਮਾੜੀ ਹੈ। ਅਤੇ ਜੇ ਉਹਨੂੰ ਸਾਂਭ ਕੇ ਰੱਖੋ ਅਤੇ ਫਿਰ ਉਹ ਬਰਕਤ ਵਧੀ ਜਾਂਦੀ ਹੈ। ਜਿਹੜੇ ਦਿਖਾਉਣ ਲੱਗ ਪਏ ਇਹ ਵੀ ਲੋਕ ਸਾਡੀ ਪੂਜਾ ਕਰਨਗੇ, ਮਾਨਤਾ ਕਰਨਗੇ, ਮਾਇਆ ਚੜ੍ਹਾਉਣਗੇ, ਸਿੱਖੀ ਸੇਵਕੀ ਜ਼ਿਆਦਾ ਬਣ ਜੂਗਾ, ਆਹ ਹੀ ਆ ਨਾ। ਪਰ ਜਿਹੜਾ ਫਿਰ ਰਿਜ਼ਰਵ ਹੋ ਜਾਂਦਾ ਫਿਰ ਬਰਕਤ ਵੱਧਦੀ ਹੈ। ਇਸ ਕਰਕੇ ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਸੋ ਇਸ ਕਰਕੇ ਮਹਾਰਾਜ ਕਹਿੰਦੇ ਦੇ ਨਾ ਪਛੋਤਾਏ। ਜਦੋਂ ਬਰਕਤਾਂ ਦੇ ਦਿੰਦਾ ਨਾ ਇਹ ਪਛਤਾਉਂਦਾ ਨਹੀਂ। ਭਾਈ ਬਿਧੀ ਚੰਦ ਕਹਿੰਦੇ ਮਹਾਰਾਜ ਮੈਂ ਸੁੰਦਰ ਸ਼ਾਹ ਬੁੱਢਣ ਸ਼ਾਹ ਦਾ ਚੇਲਾ ਬਚਨ ਦੇ ਆਇਆ ਵੀ ਤੁਹਾਡੇ ਦਰਸ਼ਨ ਆਪ ਜੀ ਦੇ ਕਰਾਊਂਗਾ। ਮਹਾਰਾਜ ਕਹਿੰਦੇ ਸਾਡਾ ਰੂਪ ਧਾਰ ਕੇ ਤੂੰ ਹੀ ਦਰਸ਼ਨ ਦੇ ਦੇ। ਤੇਰਾ ਅਤੇ ਮੇਰਾ ਹੁਣ ਕੀ ਫਰਕ ਆ। ਗੱਜ ਕੇ ਬੋਲੋ ਦੇ ਲਓ ਸਿੱਖ ਨੂੰ। ਕਿੰਨੀ ਬਖਸ਼ਿਸ਼ ਕੀਤੀ ਪਰ ਜੇ ਸਿੱਖ ਬਣ ਜਾਏ। ਅਸੀਂ ਅੱਜ ਸਿੱਖ ਬਣਨਾ ਪਸੰਦ ਨਹੀਂ ਕਰਦੇ।
ਬੱਚਿਆਂ 'ਚ ਵੀ ਬੱਚੀਆਂ 'ਚ ਵੀ। ਤੁਸੀਂ ਤਾਂ ਸੰਗਤ ਕਰਦੇ ਆ, ਸੰਗਤ ਮੇਰੇ ਮੂਹਰੇ ਠੀਕ ਠਾਕ ਹੀ ਬੈਠੀ ਹੈ, ਅਤੇ ਆਮ ਅਤੇ ਦੇਖਦੇ ਹੀ ਹਾਂ ਜਿਸ ਤਰ੍ਹਾਂ ਦਾ ਹਾਲ ਹਵਾਲ ਬਣੀ ਜਾਂਦਾ। ਅੱਜ ਜਹਾਜ਼ਾਂ 'ਚ ਉਹ ਬੈਠੇ, ਮਗਰੋਂ ਲਿਆਓ ਗਲਾਸੀ ਗਲੂਸੀ। ਮੈਂ ਕਿਹਾ ਇੰਨਾ ਕਰੋਨੇ ਤੋਂ ਡਰਦੇ ਹਾਂ, ਆਕਾਸ਼ ਛੋੜਦੇ ਹਾਂ, ਹੈਂ ਇਹ ਵੀ ਗਲਾਸੀਆਂ ਮੰਗੀ ਜਾਂਦੇ ਆ, ਪੀਂਦੇ ਆ। ਮੈਂ ਕਿਹਾ ਵੀ ਤੁਸੀਂ ਇਹ, ਕਹਿੰਦੇ ਮਹਾਰਾਜ ਇੰਨੇ ਫਸਟ ਕਲਾਸ ਦੇ ਟਿਕਟ ਖਰੀਦੇ ਹੋਏ ਆ, ਹੁਣ ਗਲਾਸੀ ਵੀ ਨਾ ਪੀਏ ਇੱਥੇ, ਇੰਨੇ ਪੈਸੇ ਦਿੱਤੇ ਇਹਨਾਂ ਨੂੰ। ਮੈਂ ਕਿਹਾ ਪੈਸੇ ਵੀ ਗਲਾਸੀ ਜੇ ਕੱਢਣੇ ਆ, ਅਸੀਂ ਕਿੱਥੇ ਖੜੇ ਹਾਂ, ਮਾਫ ਕਰਿਓ। ਪੰਜ 152 ਸਾਲ ਮਹਾਰਾਜ ਵੈਸੇ ਤਾਂ ਸਦਾ ਹੀ ਹੈ, ਅਵਤਾਰ ਧਾਰ ਕੇ ਆਇਆ ਨੂੰ ਹੋ ਗਏ, ਹਾਲੇ ਤੇ ਅਸੀਂ ਰੋਮਾਂ ਦੀ ਬੇਅਦਬੀ ਨਹੀਂ ਛੱਡੀ, ਨਸ਼ੇ ਪੱਤੇ ਨਹੀਂ ਛੱਡੇ, ਤੜਕੇ ਦਾ ਉੱਠਣਾ, ਨਾਮ ਅਭਿਆਸ ਕਰਨਾ, ਸੰਗਤ 'ਚ ਦਰਸ਼ਨ ਦੀਦਾਰ ਕਰਨੇ। ਵਿਰਲੇ ਵਿਰਲੇ ਹੈ ਜਿਨ੍ਹਾਂ 'ਤੇ ਕੋਈ ਮਹਾਰਾਜ ਕਿਰਪਾ, ਨਹੀਂ ਤਾਂ ਸੰਸਾਰ ਦੇਖ ਲਓ ਕਿਸ ਪਾਸੇ ਤੁਰਿਆ ਹੋਇਆ, ਕਿੱਧਰ ਤੁਰਿਆ ਹੋਇਆ। ਬੰਦਾ ਬੰਦੇ ਤੋਂ ਵਾਇਰਸ ਮੰਨ ਰਿਹਾ, ਹੱਥ ਧੋਵੋ, ਐਂ ਕਰੋ। ਅੱਗੇ ਅਸੀਂ ਆਉਣਾ, ਚਿਹਰੇ ਮੂਹਰੇ ਹਜੂਰੀਆ ਲਿਆ ਹੁੰਦਾ ਸੀ ਨਾ, ਲੋਕਾਂ ਨੇ ਦੇਖਣਾ ਵੀ ਇਹ ਮੂਹਰੇ ਲਪੇਟੀ ਫਿਰਦਾ, ਹੁਣ ਸਾਰੇ ਲਪੇਟੀ ਫਿਰਦੇ ਆ। ਪਤਾ ਲੱਗਾ ਵੀ ਇਹ ਪਰਨਾ ਜਿਹੜਾ ਚੰਗਾ ਹੁੰਦਾ ਹੈ, ਲੋੜ ਹੈ ਇਹਦੀ, ਹੁਣ ਸਾਰਾ ਸੰਸਾਰ ਹੀ ਬੰਨੀ ਫਿਰਦਾ। ਅੱਗੇ ਸੋਚ ਪਵਿੱਤਰ ਦੀ ਗੱਲ ਕਰਨੀ, ਲੈ ਇਹਦੇ 'ਚ ਪਿਆ ਹੋਇਆ। ਹੁਣ ਸਾਰੇ ਕਹਿੰਦੇ ਜੀ ਉਂਗਲਾਂ 'ਚ ਉਂਗਲਾਂ ਪਾ ਕੇ ਚੰਗੀ ਤਰ੍ਹਾਂ ਧੋਵੋ, ਐਵੇਂ ਕਰੋ, ਆਹ ਕਰੋ। ਬੰਦਾ ਬੰਦੇ ਤੋਂ ਵਾਇਰਸ ਮੰਨਦਾ, ਅਤੇ ਆਹ ਜਿਹੜਾ ਮੱਛੀਆਂ ਡੱਡੀਆਂ ਖਾਈ ਜਾਂਦੇ ਆ, ਇਹ ਤੋਂ ਵਾਇਰਸ ਨਹੀਂ ਹੁੰਦੀ। ਪਸ਼ੂ ਖਾ ਰਹੇ ਆ, ਕੂੜ ਬੋਲ ਮਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ, ਮੁੱਠਾ ਮਹਾਏ ਸਾਥੇ ਨਾਨਕ ਐਸਾ ਆਗੂ ਜਾਪੇ। ਸੋ ਇਸ ਕਰਕੇ ਮਹਾਰਾਜ ਕਹਿੰਦੇ ਆ, ਆਪਣੇ ਮਨ ਨੂੰ ਇਕਾਗਰ ਕਰਕੇ, ਫੁਰਨਿਆਂ ਨੂੰ ਰੋਕ ਕੇ ਅਤੇ ਬੰਦਗੀ ਕਰਨਾ ਕਰ। ਹਉ ਹਰਿ ਕੈ ਸਦ ਬਲਿਹਾਰਣ, ਅਸੀਂ ਹਰੀ ਨਿਰੰਕਾਰ ਤੋਂ ਸਦਾ ਵਾਸਤੇ ਬਲਿਹਾਰ ਜਾਂਦੇ ਹਾਂ। ਜਿਤ ਸੇਵਿਆ ਸੁਖ ਪਾਏ, ਜਿਹਦੀ ਸੇਵਾ ਕਰਨਾ ਸੁਖ ਮਿਲਦਾ। ਕਿਉਂਕਿ ਸਾਕਤ ਦੀ ਸੇਵਾ ਕਰਕੇ ਦੇਖ ਲਿਓ, ਦੁੱਖ ਹੀ ਮਿਲਣਾ। ਸੱਪੈ ਦੁੱਧ ਪਿਆਈਏ ਮੂੰਹ ਬਿਕਤੀ ਸੱਟੈ, ਸੱਪ ਨੂੰ ਦੁੱਧ ਪਿਲਾ ਦਿਓ, ਡੰਗ ਮਾਰਨੋਂ ਹਟ ਜਾਓ। ਸਾਕਤ ਬੰਦੇ ਦੀ ਸੇਵਾ ਕਰ ਲਿਓ, ਉੱਥੋਂ ਤੁਹਾਨੂੰ ਵਡਿਆਈ ਨਹੀਂ ਮਿਲਣੀ, ਕਲੇਸ਼ ਹੀ ਮਿਲਣਾ। ਅਤੇ ਕਿਸੇ ਮਹਾਂਪੁਰਖ ਬੰਦਗੀ ਵਾਲੇ ਦੀ ਕਰੋਗੇ, ਆਸ਼ੀਰਵਾਦ ਮਿਲੇਗੀ। ਮਾਤਾ ਪਿਤਾ ਦੀ ਸੇਵਾ ਕਰੋਗੇ, ਜ਼ਮੀਨ ਜਾਇਦਾਦ ਮਿਲ ਜੂਗੀ, ਬੈਂਕ ਬੈਲੈਂਸ ਮਿਲ ਜੂ। ਕਿਸੇ ਵੱਡੇ ਅਫਸਰ ਦੀ ਕੋਈ ਮਦਦ ਕਰ ਦਊਗਾ, ਕਿਸੇ ਹੋਰ ਚੌਧਰੀ ਦੀ। ਪਰ ਜਦੋਂ ਸੰਗਤ ਦੀ, ਮਹਾਂਪੁਰਖਾਂ ਦੀ ਕਰੋਗੇ, ਨਾਮ ਬਾਣੀ, ਭਜਨ ਬਾਣੀ, ਸਤਸੰਗ, ਸ਼ੁਭ ਉਪਦੇਸ਼, ਕਲਿਆਣ, ਮੁਕਤੀ, ਗਿਆਨ ਮਾਰਗ, ਇਹ ਰਸਤਾ ਮਿਲੇਗਾ। ਸੋ ਇਸ ਵਾਸਤੇ ਮਹਾਰਾਜ ਕਹਿੰਦੇ ਆ, ਫਿਰ ਪੜ੍ਹੋ, ਜਿਤ ਸੇਵਿਆ ਸੁਖ ਪਾਏ। ਜਿਹਦੀ ਸੇਵਾ ਕਰਨ ਸੁੱਖਾਂ ਦਾ ਵੱਡਾ ਸੁੱਖ, ਆਤਮਿਕ ਰੂਹਾਨੀ ਸੁੱਖ, ਇਹ ਪ੍ਰਾਪਤ ਹੋ ਜਾਂਦਾ ਹੈ। ਨਾਨਕ ਗੁਰਮੁਖ ਮਿਲ ਰਹਾ, ਜਿਹੜੇ ਗੁਰਮੁਖ ਉਹ ਸੰਗਤ ਵਿੱਚ ਮਿਲ ਕੇ ਅਭੇਦ ਹੋ ਕੇ ਰਹਿੰਦੇ, ਆਪਣਾ ਆਪ ਨਹੀਂ ਜਣਾਉਂਦੇ ਹਨ। ਹਉ ਮੈਂ ਸ਼ਬਦ ਜਲਾਏ, ਹਉਮੈ ਜਿਹੜੀ ਜੁਦਾ ਕਰਦੀ ਹੈ, ਸ਼ਬਦ ਦੀ ਬਰਕਤ ਨਾਲ ਹਉਮੈ ਨੂੰ ਜਲਾ ਦਿੰਦੇ, ਸਾੜ ਦਿੰਦੇ, ਮੇਟ ਦਿੰਦੇ ਹਨ। ਮਹੱਲਾ ਤੀਜਾ। ਤੀਸਰੇ ਸਤਿਗੁਰੂ ਜੀ ਇਸੇ ਅਰਥ ਨੂੰ ਅੱਗੇ ਹੋਰ ਵਧਾਉਂਦੇ ਹਨ। ਆਪੇ ਸੇਵਾ ਲਾਏ ਹਨ, ਕਹਿੰਦੇ ਮਹਾਰਾਜ ਵੀ ਸੇਵਾ, ਕਹਿੰਦੇ ਜਦੋਂ ਜਿਹਦਾ ਭਲਾ ਕਰਨਾ ਨਾ, ਉਹਨੂੰ ਮਹਾਰਾਜ ਆਪਣੀ ਸੇਵਾ 'ਚ ਲਾ ਲੈਂਦੇ ਆ।
ਤੇ ਅਸੀਂ ਕਈ ਵਾਰੀ ਬੋਝ ਸਮਝਦੇ ਹਾਂ ਵੀ ਸਾਨੂੰ ਇਹ ਸੇਵਾ ਵਾਧੂ, ਪਰ ਸੇਵਾ ਤੁਸੀਂ ਕਰਦੇ ਨਹੀਂ, ਸਮਝੋ ਅਸੀਂ ਆਪਣੀ ਕਰਾਉਣ ਵਾਸਤੇ ਬੀਜ ਰਹੇ ਹਾਂ। ਜੇ ਨਾ ਆਪ ਕਿਸੇ ਦੀ ਸੇਵਾ ਨਹੀਂ ਕੀਤੀ ਉਹਦੀ ਕੌਣ ਕਰੂਗਾ? ਜੇ ਨਾ ਆਪ ਕਿਸੇ ਦੀ ਸੇਵਾ ਕੀਤੀ ਹੈ, ਸੰਸਾਰ ਉਹਦੀ ਅਰਦਲ 'ਚ ਆ ਕੇ ਖੜ ਜਾਂਦਾ। ਆਕਾਸ਼ ਦੇ ਫਰਿਸ਼ਤੇ ਵੀ ਉਹਨੂੰ ਨਮਸਕਾਰਾਂ ਕਰਦੇ ਆ। ਹੁਣ ਅੱਜ ਕੱਲ੍ਹ ਕਹਿੰਦੇ ਜੀ ਸਾਡਾ ਜੀ ਕਹਿਣਾ ਨਹੀਂ ਮੰਨਦੇ ਜੀ ਫਲਾਨਾ ਜੀ, ਵੀ ਆਪਾਂ ਝਾਤ ਮਰੀਏ ਵੀ ਤੁਸੀਂ ਵੀ ਕਿਸੇ ਦਾ ਕਹਿਣਾ ਮੰਨਿਆ ਕਦੀ? ਜਿਹੜੇ ਤੁਹਾਡੇ 'ਤੇ ਜਵਾਨੀ ਸੀ, ਕਹਿਣਾ ਤਾਂ ਤੁਸੀਂ ਵੀ ਨਹੀਂ ਮੰਨਿਆ। ਅਤੇ ਜਿਹੜਾ ਦੂਏ ਦਾ ਕਹਿਣਾ ਮੰਨਣ ਦੀ ਪੜ੍ਹਾਈ ਕਰ ਲੈਂਦਾ ਨਾ, ਸਾਰਾ ਵਿਸ਼ਵ ਉਹਦਾ ਕਹਿਣਾ ਮੰਨਣ ਲੱਗ ਜਾਂਦਾ। ਫੁੱਲਾਂ ਦੀ ਸੁਗੰਧੀ ਹਵਾ ਨਾਲ ਚੱਲਦੀ ਹੈ। ਜਿਹੜਾ ਬੰਦਗੀ ਵਾਲਾ, ਉਹਦੀ ਸੁਗੰਧੀ ਚਾਰ ਚੁਫੇਰੇ ਖਿਲਰ ਜਾਂਦੀ ਹੈ। ਉਹ ਹਵਾ ਤੋਂ ਬਿਨਾਂ ਚਾਰ ਚੁਫੇਰੇ ਭਜਨ ਵਾਲੇ ਦੀ ਹਰ ਕਾ ਭਗਤ ਪ੍ਰਗਟ ਨਹੀਂ ਛਪਿਆ। ਇਸ ਕਰਕੇ ਮਹਾਰਾਜ ਦੱਸਦੇ ਹਨ, ਜਿੱਤੇ ਉਹ ਆਪ ਮਿਹਰ ਕਰਦੇ ਹਨ, ਉਹਨੂੰ ਫਿਰ ਕੰਨੋਂ ਫੜ ਕੇ ਵੀ ਸੇਵਾ 'ਚ ਲਾ ਲੈਂਦੇ ਹਨ। ਆਪੇ ਬਖਸ਼ ਕਰੇ। ਜਦੋਂ ਇਮਤਿਹਾਨ ਵਿੱਚ ਪਾਸ ਹੋ ਜਾਂਦੇ ਆ ਸੇਵਾ ਦੇ 'ਚ, ਫਿਰ ਸਾਰੀਆਂ ਬਖਸ਼ਾਂ ਜਿਹੜੀਆਂ ਰਹਿਮਤਾਂ ਕਰ ਦਿੰਦੇ। ਜਿਵੇਂ ਬਾਬਾ ਮੰਝ 84 ਪਿੰਡਾਂ ਦੀ ਚੌਧਰ ਛੱਡੀ, ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ, ਐਸੀ ਕਿਰਪਾ ਕਰ ਦਿੰਦੇ ਹਨ। ਸਭਨਾ ਕਾ ਮਾਂ ਪਿਓ ਆਪ ਹੈ। ਉਹ ਸਾਰਿਆਂ ਦਾ ਮਾਤਾ ਪਿਤਾ ਆਪ ਹੈ। ਸਾਨੂੰ ਤਾਂ ਆਪੋ ਆਪਣੇ ਬੱਚੇ ਬੱਚਿਆਂ ਦਾ ਫਿਕਰ ਹੈ ਨਾ। ਉਹ ਕਈਆਂ ਦੇ ਫੋਨ ਆਉਣਗੇ, ਬਾਬਾ ਜੀ ਸਾਡੇ ਪਰਿਵਾਰ ਦਾ ਖਿਆਲ ਰੱਖਿਓ। ਮੈਂ ਕਿਹਾ ਵੀ ਹੁਣ ਬਾਕੀ ਨੂੰ ਆਪਾਂ ਫਾਹੇ ਕਿਤੇ ਟੰਗ ਦਈਏ? ਤੁਹਾਡਾ ਤਾਂ ਪਰਿਵਾਰ ਹੈ, ਸਾਡਾ ਤਾਂ ਸਾਰਾ ਵਿਸ਼ਵ ਹੀ ਪਰਿਵਾਰ ਬਣਿਆ ਹੋਇਆ। ਜਿਹੜੇ ਪਰਿਵਾਰ 'ਚ ਅਸੀਂ ਰਹਿੰਦੇ ਹਾਂ, ਇਹ ਸਾਰਾ ਵਿਸ਼ਵ, ਅੰਡ ਬ੍ਰਹਮੰਡ ਖੰਡ, ਜਿੱਥੇ ਤੈਨੂੰ ਸ੍ਰਿਸ਼ਟੀ, ਉਹ ਸਾਡਾ ਸਾਰਾ ਹੀ ਪਰਿਵਾਰ ਆ। ਅਸੀਂ ਤਾਂ ਜੋ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ, ਉਹ ਹੁਣੇ ਪੜ੍ਹਿਆ ਸੀ ਗਿਆਨੀ ਜੀ ਨੇ, ਬਾਬਾ ਜੀ ਨੇ ਵੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਆਪਾਂ ਕਹਿ ਤਾਂ ਦਿੰਦੇ ਹਾਂ, ਪਰ ਅੰਦਰ ਨਹੀਂ ਕਹਿੰਦਾ। ਸਾਰਿਆਂ ਦਾ ਭਲਾ, ਸਭ ਸਖਾਲੀ ਬੁੱਠੀਆ ਇਹ ਹੋਆ ਹਲੇਮੀ ਰਾਜਿਓ। ਸਭ ਦਾ ਭਲਾ ਹੋ ਗਿਆ, ਅਸੀਂ ਵੀ ਵਿੱਚ ਹੀ ਆ ਗਏ। ਵੀ ਅਸੀਂ ਬਾਹਰ ਥੋੜ੍ਹੀ ਰਹਾਂਗੇ, ਸਾਰਿਆਂ ਵਿੱਚ ਅਸੀਂ ਵੀ ਉਸੇ ਲਿਸਟ 'ਚ ਹਾਂ। ਸਭ ਦਾ ਭਲਾ ਮੰਗਾਂਗੇ, ਸਾਡਾ ਵੀ, ਪਰ ਆਪਾਂ ਨੂੰ ਆਪੋ ਆਪਣੇ ਬੱਚੇ ਬੱਚਿਆਂ ਦਾ ਜ਼ਿਆਦਾ ਫਿਕਰ ਹੁੰਦਾ, ਸਭ ਦਾ। ਹਾਂਜੀ, ਆਪੇ ਸਾਰ ਕਰੇ। ਇਹ ਸਾਰਾ ਸੰਸਾਰ ਦਿਸਦਾ ਅਣਦਿਸਦਾ ਜਿੰਨਾ ਵੀ ਇਹ ਵਾਹਿਗੁਰੂ ਦਾ ਪਰਿਵਾਰ ਆ, ਇਹਨਾਂ ਦੀ ਸਾਰ ਸੰਭਾਲ ਉਹ ਨਿਰੰਕਾਰ ਪਰਮੇਸ਼ਰ ਆਪ ਹੀ ਕਰ ਰਿਹਾ ਹੈ। ਨਾਨਕ ਨਾਮ ਧਿਆਇਨ ਤਿਨ ਨਿਜ ਘਰ ਵਾਸ ਹੈ। ਮਹਾਰਾਜ ਕਹਿੰਦੇ ਜਿਹੜੇ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਜੋ ਸਿਧਾਂਤ ਦਿੱਤਾ, ਉਸ ਢੰਗ ਨਾਲ ਨਾਨਕੇ ਕਰ ਕੇਵਲ ਨਾਮ ਦਾ ਆਰਾਧਨ ਕਰਦੇ, ਉਹਨਾਂ ਦਾ ਨਿਜ ਘਰ ਸਵੈੰਗ ਸਰੂਪ ਆਤਮਾ ਪਦ ਵਿੱਚ ਉਹਨਾਂ ਦਾ ਨਿਵਾਸ ਹੋ ਜਾਂਦਾ ਹੈ। ਜੁਗ ਜੁਗ ਸੋਭਾ ਹੋ। ਉਹਨਾਂ ਮਹਾਂਪੁਰਖਾਂ ਦੀ ਜਿਹੜੀ ਸੋਭਾ ਉਹ ਜੁਗਾਂ ਜੁਗਾਂ 'ਚ ਹੁੰਦੀ। ਹੁਣ ਪ੍ਰਹਲਾਦ ਕਦੋਂ ਦਾ ਹੋਇਆ, ਉਹ ਗੁਰੂ ਗ੍ਰੰਥ ਸਾਹਿਬ ਕਿੰਨੀ ਜਗ੍ਹਾ ਉਹਨਾਂ ਦਾ ਨਾਂ ਆਇਆ। ਧਰੂੰ ਦਾ ਆਇਆ, ਅਤਰੇ ਰਿਸ਼ੀ ਦਾ ਆਇਆ, ਅੰਗਰੇ ਰਿਸ਼ੀ ਦਾ ਆਇਆ, ਦਰਵਾਛੇ ਦਾ ਆਇਆ, ਵਿਸ਼ੇਸ਼ ਦਾ ਆਇਆ, ਬਾਲਮੀਕ ਦਾ ਆਇਆ। ਹਾਂਜੀ, ਥੋੜਿਆਂ ਦੇ ਨਾਂ ਆ ਗੁਰੂ ਗ੍ਰੰਥ ਸਾਹਿਬ। ਕਹਿੰਦੇ ਗੁਰੂ ਗ੍ਰੰਥ ਸਾਹਿਬ ਸੰਤ ਅਖਰੇ ਹੈ ਨਹੀਂ। ਗੁਰੂ ਗ੍ਰੰਥ ਸਾਹਿਬ 'ਚ ਇੱਕ ਸੰਤ ਦਾ ਜਨਰਲ ਅੱਖਰ ਆ ਨਾ। ਸੰਤਾਂ ਦੇ ਵਿਅਕਤੀਗਤ ਨਾਂ ਇਹਦੇ 'ਚ ਬਹੁਤ ਲਿਖੇ ਹੋਏ ਆ। ਨਾਂ ਲਿਖੇ ਆ ਉਹਨਾਂ ਦੇ, ਕਿਹੜੇ ਕਿਹੜੇ ਸਤਯੁਗ 'ਚ ਹੋਏ ਆ, ਤ੍ਰੇਤੇ 'ਚ ਹੋਏ, ਦੁਆਪਰ 'ਚ ਹੋਏ, ਕਲਯੁਗ 'ਚ ਹੋਏ। ਇਹ ਬਹੁਤ ਵੱਡਾ ਕੋਸ਼ ਹੈ ਸੰਤ ਸ਼ਬਦ ਦਾ, ਜਿੰਨੇ ਕਿ ਇਹਦੇ 'ਚ ਨਾਂ ਲਿਖੇ ਆ। ਹਾਂਜੀ, ਹੁਣ ਆ ਸੋਦਰ ਦੀ ਪੌੜੀ 'ਚ ਥੋੜ੍ਹੇ ਗਿਣੇ ਆ। ਗਿਣ ਤੋਂ ਬਾਅਦ ਅੰਤ ਕੀ ਗਿਆ? ਹੋਰ ਕੇਤੇ ਗਾਵਨ ਸੇ ਮੈਂ ਚੇਤਨ ਆਵਨ, ਨਾਨਕ ਕਿਆ ਵਿੱਚ। ਕਹਿੰਦੇ ਹੋਰ ਵੀ ਮਹਾਰਾਜ ਲਿਸਟ ਤਾਂ ਬਹੁਤ ਲੰਬੀ ਆ, ਆ ਮੋਟੇ ਮੋਟੇ ਗਿਣ ਦਿੱਤੇ ਆ ਕਿ ਨਹੀਂ, ਸ਼ਾਰਟਕੱਟ ਜਿਹਾ ਗਿਣ ਦਿੱਤੇ ਆ। ਜਿਵੇਂ ਹੁਣ ਤੁਹਾਡਾ ਉਵੇਂ ਤਾਂ ਯੂਨਾਈਟਿਡ ਸਟੇਟ ਆ ਨਾ,
ਸ਼ਾਰਟਕਟ ਅੱਖਰ ਹੁੰਦਾ, ਜੂ ਕੇ ਕਹਿ ਦਿੰਦੇ ਆ। ਨਾਂ ਤਾਂ ਕਹਿੰਦੇ ਬਹੁਤ ਆ, ਸਾਰੇ ਤਾਂ ਗਿਣੇ ਹੀ ਨਹੀਂ ਜਾਣੇ ਕਿੰਨੇ ਹੋਏ ਆ। ਹੋਰ ਕਿਤੇ ਗਾਵਨ ਸੇ ਮੈਂ ਚੇਤਨਾ ਆਵਨ, ਨਾਨਕ ਆ ਵਿਚਾਰੇ। ਕਹਿੰਦੇ ਇਹ ਗਿਣ ਦਿੱਤੇ ਆ, ਸਾਰੇ ਜਾਣ ਲਿਓ ਜਿੰਨੇ ਵੀ ਅੰਤਰਗਤ ਹੈਗੇ ਆ। ਹਾਂਜੀ। ਆਵੜੇ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ। ਇਹ ਕਰਤੇ ਪੁਰਖ ਨਿਰੰਕਾਰ, ਤੂੰ ਸਾਰੇ ਕਾਰਨਾਂ ਨੂੰ ਕਰਨ ਵਾਸਤੇ ਸਮਰੱਥ ਹੈ, ਜੋ ਚਾਹੇ ਉਹ ਕਰ ਸਕਦਾ ਹੈ। ਮੈਂ ਤੁਝ ਬਿਨ ਅਵਰ ਨਾ ਕੋਈ। ਮੈਂ ਤਾਂ ਮਾਰਾ ਹੁਣ ਇਸ ਪੜਾਅ 'ਤੇ ਆ ਗਿਆ, ਬਾਕੀ ਤਾਂ ਆਪਣੀਆਂ ਚਿਤਰਾਈਆਂ ਦੀਆਂ ਛਾਲਾਂ ਮਾਰਦੇ ਆ ਕਿ ਮੇਰਾ ਆਪ ਜੀ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਹੈ। ਤੁਧ ਆਪੇ ਸਿਸ਼ਟ ਸਿਰਜੀਆ। ਇਹ ਜਿੰਨੀ ਸ੍ਰਿਸ਼ਟੀ ਤੁਸੀਂ ਆਪਣੇ ਸੰਕਲਪ ਤੋਂ ਆਪ ਹੀ ਪੈਦਾ ਕੀਤੀ ਹੈ। ਆਪੇ ਫੁਨ ਗੋਈ। ਔਰ ਤੁਹਾਡੇ ਸੰਕਲਪ ਦੁਆਰਾ ਹੀ ਟਿਕੀ ਹੋਈ ਹੈ। ਤੇ ਜਦੋਂ ਤੁਹਾਡਾ ਸੰਕਲਪ ਹੋ ਜਾਂਦਾ ਵੀ ਇਹਨੂੰ ਪਰਲੋ ਕਰਨੀ ਹੈ, ਬਸ ਫਿਰ ਹਰਨ ਭਰਨ ਜਾ ਕਾ ਨੇਤਰ ਫੋਰ, ਆਪੇ ਹੀ ਇਹਨੂੰ ਖਤਮ ਕਰਕੇ ਆਪਣੇ 'ਚ ਆਪਣੀ ਮਾਇਆ 'ਚ ਅਭੇਦ ਕਰ ਲੈਂਦੇ ਹੋ। ਸਭ ਇੱਕੋ ਸ਼ਬਦ ਵਰਤਦਾ। ਹਰ ਪਾਸੇ ਤੁਹਾਡਾ ਹੁਕਮ ਰੂਪੀ ਇੱਕੋ ਹੀ ਸ਼ਬਦ ਜਿਹੜਾ ਵਰਤ ਰਿਹਾ ਹੈ। ਜੋ ਕਰੇ ਸੋ ਹੋਈ। ਜੋ ਆਪ ਜੀ ਕਰਨਾ ਚਾਹੁੰਦੇ ਉਹੀ ਕੁਝ ਹੁੰਦਾ। ਰੰਗਾ ਕਹਿੰਦਾ ਸੀ ਨਾ, ਦੋ ਤੋਂ ਇੱਕ ਕਰਨਾ। ਨੌਵੇਂ ਪਾਤਸ਼ਾਹ ਨੂੰ ਮਹਾਰਾਜ ਕਹਿੰਦੇ ਸਵਾ ਮਣ ਮਿਰਚਾਂ ਫੂਕ ਲਈ ਉੱਤਰ ਮਿਲ ਜੂ। ਉਹ ਫੂਕ ਲਈਆਂ, ਸੁਆਹ ਜਿਲੇ ਛਾਣੀ 3 ਸਾਬਤੀਆਂ। ਕਹਿੰਦੇ ਤੂੰ ਇਹ ਕਰਨਾ ਚਾਹੁੰਦਾ, ਅਕਾਲ ਪੁਰਖ ਨੂੰ ਤੀਆ ਖਾਲਸਾ ਪੰਥ ਪੈਦਾ ਹੋਣ ਦਾ ਹੁਕਮ ਹੋ ਰਿਹਾ। ਤੀਸਰ ਪੰਥ ਖਾਲਸਾ ਪ੍ਰਗਟਾਨੀ, ਇਹ ਪ੍ਰਗਟ ਹੋਣਾ ਹੋਇਆ ਵੀ। ਸੋ ਇਸ ਵਾਸਤੇ ਜੋ ਉਹ ਕਰਨਾ ਚਾਹੁੰਦਾ ਉਹੀ ਕੁਝ ਹੁੰਦਾ ਹੈ। ਵਡਿਆਈ ਗੁਰਮੁਖ ਦੇ ਪ੍ਰਭ। ਉਹ ਪ੍ਰਭੂ ਜਿਹੜੇ ਗੁਰਮੁਖ ਪਿਆਰੇ ਆ, ਜਿਹੜੇ ਉਹਦੇ ਘਰ ਵਿੱਚ ਪ੍ਰਵਾਨ ਹੋ ਜਾਂਦੇ ਆ, ਉਹਨਾਂ ਨੂੰ ਵਡਿਆਈਆਂ ਦਿੰਦੇ ਹਨ। ਹਰ ਪਾਵੈ ਸੋਈ। ਹਰੀ ਨਿਰੰਕਾਰ ਤੋਂ ਉਹ ਗੁਰਮੁਖ ਪਾਰੇ ਵਡਿਆਈਆਂ ਪਾਉਂਦੇ ਆ, ਜਿਹੜੇ ਦਾਸ ਬਣ ਕੇ ਨਿਮਰਤਾ ਗਰੀਬੀ ਧਾਰ ਕੇ ਗੁਰੂ ਘਰ ਦੀ ਸੇਵਾ ਸਿਮਰਨ ਸਤਸੰਗ ਕਰਦੇ ਹਨ। ਗੁਰਮੁਖ ਨਾਨਕ ਆਰਾਧਿਆ। ਜਿਹੜੇ ਗੁਰਮੁਖ ਆ, ਉਹ ਸ੍ਰੀ ਗੁਰੂ ਜੀ ਨੇ ਜੋ ਕਿਹਾ ਕਿ ਨਾਮ ਦਾ ਆਰਾਧਨ ਕਰਨਾ ਆਰਾਧਦੇ ਹਨ। ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕੀਲੀ ਸਾਹਿਬ ਹੈਗੇ ਨਾ, ਗਏ ਆ ਗੋਇੰਦਵਾਲ। ਜਿਹੜੇ ਨਹੀਂ ਗਏ ਦਰਸ਼ਨ ਕਰ ਆਇਓ। ਮੈਂ ਤਾਂ ਉਦਣ ਆਉਣ ਦਾ ਵੀ ਮੱਥਾ ਟੇਕ ਕੇ ਆਇਆ। ਫਿਰ ਮਹਾਰਾਜ ਤੁਸੀਂ ਪ੍ਰਚਾਰਕ ਮੰਜੀਆਂ ਦਿੱਤੀਆਂ ਸੀਆਂ, ਫਿਰ ਸਾਤੋਂ ਬਾਬਾ ਸਾਵਣ ਮਲ ਤਾਂ ਬਣ ਨਹੀਂ ਹੋਣਾ, ਪਰ ਕਿਰਪਾ ਰੱਖਿਓ ਨਾ ਭਾਈ ਗੁਰਦਾਸ ਜੀ ਸਾਤੋਂ ਬਣ ਹੋਣਾ। ਜੇ ਤੁਸੀਂ ਮਿਹਰ ਕਰੋ ਫਿਰ ਸਭ ਕੁਛ ਹੋ ਸਕਦਾ। ਪ੍ਰਦੇਸਾਂ ਚੱਲੇ ਆ, ਆਪ ਮਿਹਰ ਕਰਿਓ। ਸੋ ਕੀਲੀ ਸਾਹਿਬ ਨੂੰ ਫੜ ਕੇ 84 ਸਾਲ ਨੂੰ, 72 ਸਾਲ ਤੋਂ ਸ਼ੁਰੂ ਹੋਏ 84 ਤੱਕ, ਅਤੇ 84 ਘੱਟ ਤੀਰਥਲਾ ਭਜਨ ਕਰਦੇ ਸੀ। ਕਹਿੰਦੇ ਮਹਾਰਾਜ ਹੁਣ ਤੁਸੀਂ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਗਿਆ, ਸਾਰੀਆਂ ਬਰਕਤਾਂ ਹੁਣ ਕਰਦੇ ਹਾਂ। ਮਹਾਰਾਜ ਕਹਿੰਦੇ ਵੀ ਦੀਵਾ ਬਾਲ ਕੇ ਰਾਤ ਦੀਵੇ ਪਿਓ ਦਾਦਾ ਹੈਗਾ, ਪੁੱਤ ਵਿੱਚ ਘਿਓ ਪਾਵੇ ਨਾ, ਕਿੰਨਾ ਕੁ ਚਿਰ ਜਾਊਗਾ। ਪਰ ਉਹ ਤਾਂ ਖਜ਼ਾਨਾ ਮੁੱਕਣ ਵਾਲਾ ਜਿਹੜਾ ਮਹਾਰਾਜ ਦੇਗਾ। ਸਾਨੂੰ ਸਿੱਖਿਆ ਦੇਣ ਵਾਸਤੇ ਕੀਤਾ ਵੀ ਅਸੀਂ ਬਖਸ਼ਿਸ਼ ਕਰਦੇ ਹਾਂ, ਅਤੇ ਤੁਸੀਂ ਵੀ ਬਖਸ਼ਿਸ਼ ਨੂੰ ਸੰਭਾਲਣ ਲਈ ਨਾਮ ਬਾਣੀ ਦਾ ਅਭਿਆਸ ਨਾ ਛੱਡਿਓ। ਗੱਜ ਕੇ ਬੋਲੋ। ਇਹ ਕਰਦੇ ਰਹਿਣਾ, ਇਹ ਤਿਆਗਣਾ ਨਹੀਂ ਹੈ। ਜਿਹੜੀ ਬਰਕਤ ਨਾਲ ਬਖਸ਼ਿਸ਼ ਮਿਲਦੀ ਹੈ, ਤਿਆਗਣਾ ਨਹੀਂ। ਪੌੜੀ ਮਕਾਨ 'ਤੇ ਚੜ੍ਹਨ ਲਈ ਹੁੰਦੀ, ਜਿਹੜੇ ਉਤਰਨਾ ਫਿਰ ਵੀ ਤਾਂ ਲੋੜ ਪਏਗੀ ਨਾ। ਇਸ ਵਾਸਤੇ ਹਾਂਜੀ। ਸਭ ਆਖੋ ਧੰਨ 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 ਗੁਰ ਸੋਈ। 3 ਵਾਰੀ ਕਿਹਾ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਗੁਰੂ ਸਾਹਿਬ ਧੰਨ ਹਨ, ਗੁਰੂ ਸਾਹਿਬ ਧੰਨ ਹਨ, ਗੁਰੂ ਸਾਹਿਬ ਧੰਨ ਹਨ। ਇਸ ਕਰਕੇ ਸਾਰੀ ਸੰਗਤ ਧੰਨ ਕਹੋ। ਇਸ ਵਾਸਤੇ ਹੁਣ ਦੇਖੋ ਨਾ, ਸੇਵਕ ਨੂੰ ਵੀ ਧੰਨ ਕਿਹਾ। ਧੰਨ 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 ਅੱਗੇ ਰਾਗੀ ਹੋ ਕਿਵੇਂ ਆ?
ਧੰਨ 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 ਜਨ ਆਇਆ। ਸੁਖਮਨੀ ਪੜ੍ਹਦੀਆਂ ਕਿ ਨਹੀਂ ਬੀਬੀਓ? ਤੇ ਫਿਰ ਬੋਲਦੀਆਂ ਕਿਉਂ ਨਹੀਂ, ਦੱਸਦੀਆਂ ਕਿਉਂ ਨਹੀਂ? ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ। ਉਹਨੂੰ ਨਮਸਕਾਰ ਕਰਨੀ ਬਣਨ ਆਉਂਦੀ ਹੈ, ਮਤਲਬ ਸਤਿਕਾਰ ਕਰਨਾ ਹੈਗਾ। ਸੋ ਇਸ ਵਾਸਤੇ ਉਹ ਆਪ ਵੀ ਧੰਨਤਾ ਯੋਗ ਆ, ਅਤੇ ਉਹਨਾਂ ਦਾ ਜਿਹੜਾ ਗੁਰਸਿੱਖ ਬਣ ਜਾਂਦਾ ਉਹ ਵੀ ਧੰਨਤਾ ਯੋਗ ਬਣ ਜਾਂਦਾ, ਕਿਉਂਕਿ ਉਹਦੇ ਨਾਲ ਭੇਦ ਹੋ ਗਿਆ ਨਾ। ਉਹਦਾ ਗੁਰੂ ਦਾ ਅਤੇ ਗੁਰਸਿੱਖ ਦਾ ਵੀ ਕੋਈ ਫਰਕ ਹੀ ਨਹੀਂ ਰਿਹਾ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਸੋ ਆਖਰੀ ਆਚਾਰਿਆ ਪੜ੍ਹ ਦਿਓਗੇ ਨੇ ਜੀ। ਸਭ ਇੱਕੋ ਸ਼ਬਦ ਵਰਤਦਾ, ਜੋ ਕਰੇ ਸੋ ਹੋਈ। ਵਡਿਆਈ ਗੁਰਮੁਖ ਦੇ ਪ੍ਰਭ, ਹਰ ਪਾਵੈ ਸੋਈ। ਗੁਰਮੁਖ ਨਾਨਕ ਆਰਾਧਿਆ, ਸਭ ਆਖਹੁ ਧੰਨ 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 ਗੁਰ ਸੋਈ। ਸੁਧ ਸੁਧ ਦਾ ਮਤਲਬ ਮੋਹਰ ਲਾਈ ਹੈ। ਇਹ ਬਾਣੀ ਸੋਧ ਕੇ ਲਿਖੀ ਗਈ ਹੈ। ਇਹਦੇ 'ਤੇ ਕੋਈ ਵੀ ਹਸਤਾਖੇਪ ਕਰਨ ਦੀ ਕੋਸ਼ਿਸ਼ ਨਾ ਕਰੇ ਵੀ ਆਪਣੀ ਮਰਜ਼ੀ ਨਾਲ ਬਾਣੀ ਦਾ ਕੋਈ ਲਗ ਮਾਤਰ ਜਾਂ ਭੁਗਤ ਕਾਂਤ ਹਾਂਜੀ ਬਦਲਣ ਦੀ ਕੋਸ਼ਿਸ਼ ਨਾ ਕਰੇ। ਰਾਮ ਰਾਏ ਨੇ ਲਿਖਤੀ ਤੌਰ 'ਤੇ ਕੋਈ ਬਦਲ ਨਹੀਂ ਕੀਤੀ, ਸਿਰਫ ਮੂੰਹ ਜ਼ਬਾਨੀ ਸੀ। ਮੁਸਲ ਦੀ ਜਗ੍ਹਾ ਬੇਈ, ਅਤੇ ਮਹਾਰਾਜ ਕਾ ਗੁਰੂ ਨਾਨਕ ਸਾਹਿਬ ਦੀ ਬਾਣੀ ਜਿੱਧਰ ਨੂੰ ਚਲੇ ਸਾਡੇ ਮੱਥੇ ਨਾ ਲੱਗੇ। ਸਾਹਿਬਜ਼ਾਦੇ ਸੀ ਐਡੇ ਕਰਾਮਾਤੀ, ਅਤੇ ਆਪਾਂ ਕਿਹਨਾਂ 'ਚ ਕੋਈ ਹੈ ਅਧਿਕਾਰ ਕਿਸੇ ਨੂੰ ਬਾਣੀ ਦੇ ਹੱਥ ਚੁੱਕਣ ਦਾ? ਇਹ ਫਿਰ ਸੁਧ ਦਾ ਮਤਲਬ ਬਾਣੀ ਸੋਧ ਕੇ ਲਿਖੀ ਹੈ। ਕੋਈ ਵੀ ਵਿਅਕਤੀ ਆਪਣੀ ਅਕਲ ਹਉਮੈ ਨੂੰ ਪੱਠੇ ਪਾਉਂਦਾ ਹੋਇਆ ਬਦਲਣ ਦੀ ਕੋਸ਼ਿਸ਼ ਨਾ ਕਰੇ। ਇੱਥੇ ਬਾਰ ਜਿਹੜੀ ਹੈ ਸੰਪੂਰਨ ਹੋ ਗਈ ਹੈ ਸੋਰਠ ਦੀ। ਅੱਗੇ ਫਿਰ ਭਗਤ ਬਾਣੀ ਜਿਹੜੀ ਆਰੰਭ ਹੋਏਗੀ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਅਤੇ ਸੰਤਾਂ ਦੀ ਖਿੱਚ ਜ਼ਿਆਦਾ ਸੀ, ਨਹੀਂ ਖਿੱਚ ਲਿਆ, ਕਿਉਂਕਿ ਆਪਣਾ ਦਾ ਵਿਚਾਰਨਾ ਸੀ। ਅਤੇ ਇਹਨਾਂ ਦਾ ਪ੍ਰੇਮੀਆਂ ਨੇ ਫੋਨ ਕਰਨੇ, ਬਾਬਾ ਜੀ ਨੇ ਕਹਿਣਾ ਭਈ ਬੁਲਾਓ, ਅਤੇ ਫਿਰ ਦੇਖ ਲਓ ਭਈ ਵਿਧੀ ਬਣੀ ਗਈ। ਹਾਂਜੀ, ਕਈ ਦੇ ਕਹਿੰਦੇ ਬਾਬਾ ਜੀ ਪਤਾ ਨਹੀਂ ਫਿਰ ਲੋਕਡਾਊਨ ਹੋ ਜਾਊਗਾ ਵੀ ਕਿਸ ਤਰ੍ਹਾਂ ਹੈ, ਅਤੇ ਉਹ ਮਹਾਰਾਜ ਨੇ ਕਿਰਪਾ ਕਰ ਦਿੱਤੀ ਹੈ। ਗੁਰੂ ਮਹਾਰਾਜ ਦੇ, ਤੁਹਾਡੇ ਸੰਗਤ ਦੇ, ਮਹਾਂਪੁਰਸ਼ਾਂ ਦੇ, ਗਿਆਨੀ ਜੀ ਦੇ ਸਾਰਿਆਂ ਦੇ ਦਰਸ਼ਨ ਦੀਦਾਰ ਹੋ ਗਏ। ਗਿਆਨੀ ਜੀ ਵੀ ਅਰਦਾਸਾਂ ਬਹੁਤ ਕਰਦੇ ਰਹਿੰਦੇ ਆ, ਇਹਨਾਂ ਦੀ ਅਰਦਾਸ ਪੂਰੀ ਹੋਣੀ ਸੀ। ਸੋ ਮਹਾਰਾਜ ਨੇ ਕਿਰਪਾ ਕੀਤੀ ਹੈ। ਬਾਕੀ ਤੇ ਏੜ ਤੇੜ ਹੈਗੇ, ਟੀਕੇ ਸ਼ੂਕੇ ਲਵਾਓ, ਆਹ ਕਰੋ ਆਹ ਕਰੋ। ਅਸਲੀ ਇਲਾਜ ਤਾਂ ਇਹ ਹੀ ਹੈ, ਸਰਬ ਰੋਗ ਕੋ ਔਖਦ ਨਾਮ। ਇਹ ਇੱਧਰ ਤੁਰੇ ਨਹੀਂ। ਆ ਹੁਣ ਕਦੋਂ ਦੇ ਉੱਥੇ ਜ਼ਿਮੀਂਦਾਰ ਲੋਕ ਬੈਠੇ ਸੀ, ਉਦੋਂ ਭੱਟ ਸਾਹਿਬ ਬੇਨਤੀ ਕੀਤੀ ਬਾਬੇ ਬੇਦੀ ਚੰਦ ਦੇ ਸਥਾਨ 'ਤੇ ਵੀ ਭਾਈ ਉੱਥੇ ਸਾਰੇ 13 ਜਪਜੀ ਸਾਹਿਬ ਜਾਂ 13 ਮੂਲ ਮੰਤਰ ਦੀਆਂ ਮਾਲਾ ਫੇਰੋ। ਵੀ ਸੰਤਾਂ ਦੀ ਬੜੀ ਦੇਣ ਆ, ਲੰਗਰ ਲਾ ਲਾ ਬੈਠੇ। ਜੇ ਲੰਗਰ ਨਾ ਲਾਉਂਦੇ ਇੰਨਾ ਚਿਰ ਬਹਿਣਾ ਕਿੱਥੇ ਸੀ? ਉਹ ਸਾਧੂਆਂ ਦੀ ਹਿੰਮਤ। ਬਾਕੀ ਵੀ ਸਹਿਯੋਗ ਸਾਰੀ ਤਰ੍ਹਾਂ। ਉਹ ਬਾਣੀ ਦੇ ਪ੍ਰਤਾਪ ਨਾਲ ਦੇਖ ਲਓ ਮੋਰਚਾ ਫਤਿਹ ਹੋ ਗਿਆ। ਬਾਣੀ ਦਾ ਪ੍ਰਤਾਪ ਜਿੱਥੇ ਨਾਮ ਬਾਣੀ ਆਉਂਦੀ ਹੈ। ਇਸ ਕਰਕੇ ਜਿਹੜੀ ਬਿਮਾਰੀ ਹੈ ਇਹਦੇ ਵਾਸਤੇ ਵੀ ਸਾਰੇ ਬਾਣੀ ਦਾ ਆਸਰਾ ਲਓ। ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣਗਾਮ। ਹਾਲੇ ਆਪੋ ਆਪਣੀ ਚਿਤਰਾਈ ਨਾਲ ਅਸੀਂ ਕਰਦੇ ਹਾਂ, ਠੀਕ ਆ, ਇਲਾਜ ਕਰਨਾ ਮਾੜੀ ਗੱਲ ਨਹੀਂ,
ਪਰ ਜਿੰਨਾ ਚਿਰ ਬਾਣੀ ਨਾ ਬੈਦਾ ਸੰਦਾ ਸੰਗ ਇਕੱਠਾ ਹੋਇਆ, ਅਬ ਖਦਾਏ ਰਾਸ ਵਿੱਚ ਆਪ ਖੁੱਲੋਆ। ਸੋ ਇਸ ਕਰਕੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਮਹਾਂਪੁਰਸ਼ਾਂ ਦਾ, ਸਾਰੀਆਂ ਸੰਗਤਾਂ ਦਾ, ਜਿਹੜੇ ਬੜੇ ਪਿਆਰ ਦੇ ਨਾਲ ਸੇਵਾ ਨਿਭਾਉਂਦੇ ਆ। ਧੰਨਵਾਦ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।